ਵਾਹਿਗੁਰੂ ਵਾਹਿਗੁਰੂ ਜੀ 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 ਵਾਹਿਗੁਰੂ। ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੇ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ। ਪੱਖਾ ਬੰਦ ਕਰੋ ਆ ਵੀ ਕਰ ਦਿਓ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ
ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸਿੱਖ ਸੰਗਤ ਬੜੇ ਹੀ ਪ੍ਰੇਮ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਫਿਰ ਕਹੋ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜੋਗੀ ਆਇਆ। ਜੋਗੀ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ, ਮਹਾਰਾਜ ਰਿੱਧੀਆਂ ਸਿੱਧੀਆਂ ਤਾਕਤਾਂ ਤੇ ਬਹੁਤ ਇਕੱਠੀਆਂ ਕਰ ਲੀਆਂ ਪਰ ਆਨੰਦ ਨਹੀਂ ਮਿਲਿਆ। ਗੁਰੂ ਸਾਹਿਬ ਜੀ ਨੇ ਆਖਿਆ, ਕੋਈ ਨਹੀਂ, ਸਰੀਰ ਤਿਆਗ ਦੇ ਆਨੰਦ ਮਿਲੇਗਾ। ਸਰੀਰ ਤਿਆਗ ਕੇ ਗੁਰੂ ਘਰ ਵਿੱਚ ਗੁਰੂ ਸਾਹਿਬ ਦਾ ਪੋਤਰਾ ਬਣ ਕੇ ਉਹਨੇ ਜਨਮ ਲਿਆ ਜੀ। ਬਾਬਾ ਬੱਲੂ ਜੀ ਨੇ ਮਹਾਰਾਜ ਨੂੰ ਖਬਰ ਦਿੱਤੀ ਖੁਸ਼ੀ ਦੀ, ਸੱਚੇ ਪਾਤਸ਼ਾਹ ਵਧਾਈ ਹੋਵੇ, ਆਪ ਜੀ ਦੇ ਘਰ ਵਿੱਚ ਮਹਾਰਾਜ ਦੂਸਰਾ ਪੋਤਰਾ ਪੈਦਾ ਹੋਇਆ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬੱਲੂ ਜੋਗੀ ਆ ਗਿਆ। ਕਹਿਣ ਲੱਗੇ ਬੜਾ ਵੱਡਾ ਸੰਤ ਹੈ ਮਹਾਰਾਜ। ਕਹਿਣ ਲੱਗੇ ਇਹ ਸਾਰਾ ਪ੍ਰਸੰਗ ਤੁਸੀਂ ਕੱਲ ਸੁਣਿਆ। ਮਹਾਰਾਜ ਕਹਿੰਦੇ ਲੈ ਕੇ ਆਓ। ਲੈ ਕੇ ਆਂਦਾ। ਕਦੀ ਬਾਲਕ ਮਹਾਰਾਜ ਨੇ ਗੋਦ 'ਚ ਨਹੀਂ ਸੀ ਚੁੱਕਿਆ। ਮਹਾਰਾਜ ਨੇ ਉਹ ਬਾਲਕ ਨੂੰ ਗੋਦ 'ਚ ਚੁੱਕਿਆ। ਮਹਾਰਾਜ ਕਹਿਣ ਲੱਗੇ ਆਨੰਦ ਲੈਣ ਆਇਆ ਸੀ, ਇਹਦੀ ਇੱਛਾ ਸੀ ਆਨੰਦ ਲੈਣ ਦੀ, ਇਹਦਾ ਨਾਮ ਹੀ ਆਨੰਦ ਹੈ। ਕਹਿਣ ਲੱਗੇ ਨਾਮ ਦਾ ਵੀ ਬੜਾ ਵੱਡਾ ਪ੍ਰਭਾਵ 'ਚ ਬੰਦੇ ਦੇ ਉੱਤੇ ਜੀ। ਨਾਮ ਦਾ ਵੀ ਬੜਾ ਵੱਡਾ ਪ੍ਰਭਾਵ ਪੈਂਦਾ ਹੈ। ਮਹਾਰਾਜ ਕਹਿੰਦੇ ਇਹਦਾ ਨਾਮ ਹੀ ਆਨੰਦ ਹੈ। ਤੇ ਗੁਰੂ ਸਾਹਿਬ ਨੇ ਫਿਰ ਆਨੰਦ ਬਖਸ਼ਿਆ। ਕਿਵੇਂ? ਆਨੰਦ ਸਾਹਿਬ ਜੀ ਦੀ ਬਾਣੀ ਰਚ ਕੇ ਜੀ। ਮਹਾਰਾਜ ਕਹਿੰਦੇ ਇਹਨੂੰ ਬਾਣੀ ਇੱਕ ਦੇਣੀ ਹੈ, ਉਸ ਬਾਣੀ ਦਾ ਨਾਮ ਹੀ ਆਨੰਦ ਹੋਏਗਾ ਜੀ। ਸੋ ਸਾਧ ਸੰਗਤ ਜੀ, ਰਾਮ ਕਲੀ ਮਹੱਲਾ ਤੀਜਾ ਆਨੰਦ। ਸਾਰੀ ਕਥਾ ਤੁਸੀਂ ਕੱਲ ਪ੍ਰੇਮ ਨਾਲ ਸੁਣੀ ਸੀ। ਉਹਦੇ ਤੋਂ ਬਾਅਦ ਮਹਾਰਾਜ ਨੇ ਭਾਈ ਬੱਲੂ ਜੀ ਨੂੰ ਆਖਿਆ ਵੀ ਢੋਲਕੀ ਪਾਓ ਗਲ ਵਿੱਚ, ਕੋਠੇ ਤੇ ਚੜੋ, ਸਾਰੀ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਸੰਗਤਾਂ ਨੂੰ ਸੁਣਾਓ। ਜਦੋਂ ਸਾਰਾ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਸੁਣਾਇਆ ਤੇ ਸਾਰੇ ਪਾਸੇ ਆਨੰਦ ਹੀ ਛਾ ਗਿਆ ਜੀ। ਆਨੰਦ ਛਾ ਗਿਆ। ਅੱਜ ਵੀ ਆਨੰਦ ਸਾਹਿਬ ਜੀ ਦਾ ਪਾਠ ਜੇ ਕੋਈ ਆਨੰਦ ਲੈਣ ਲਈ ਕਰੇ ਤੇ ਆਨੰਦ ਆਵੇਗਾ। ਗੱਜ ਕੇ ਆਖੋ ਵਾਹਿਗੁਰੂ। ਆਨੰਦ ਸਾਹਿਬ ਜੀ ਦਾ ਪਾਠ ਜੇ ਕੋਈ ਆਨੰਦ ਲੈਣ ਲਈ ਕਰੇ ਤੇ ਆਏਗਾ, ਤੇ ਜੇ ਖਾਨਾ ਪੂਰਤੀ ਕਰੇਗਾ ਫਿਰ ਨਹੀਂ ਆਨੰਦ ਆਏਗਾ ਜੀ। ਹਾਂਜੀ, ਉਹ ਭਾਜੜਾਂ ਪਈਆਂ ਹੁੰਦੀਆਂ ਜੀ ਜਦੋਂ ਆਨੰਦ ਸਾਹਿਬ ਹੋ ਰਿਹਾ ਹੁੰਦਾ ਜੀ। ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਉਹ ਪਤਾ ਹੀ ਨਹੀਂ ਲੱਗਦਾ ਵੀ ਦਬਕੇ ਕਿਸੇ ਨੂੰ ਮਾਰ ਰਹੇ ਜਾਂ ਗੁਰੂ ਜੀ ਦੀ ਬਾਣੀ ਪੜ੍ਹ ਰਹੇ ਆ ਜੀ। ਬੜੀ ਲੋੜ ਹੈ ਜੁਗਤ ਮਰਿਆਦਾ ਦੀ ਜੀ। ਕਈ ਤੇ ਅੱਖਰ ਹੀ ਪੂਰੇ ਕਰਦੇ ਆ। ਮਹਾਰਾਜ ਕਹਿਣ ਲੱਗੇ ਜਿਹੜਾ ਆਨੰਦ ਸਾਹਿਬ ਜੀ ਨੂੰ ਆਨੰਦ ਦੀ ਪ੍ਰਾਪਤੀ ਵਾਸਤੇ ਪੜ੍ਹੇਗਾ ਉਹਨੂੰ ਆਨੰਦ ਆਏਗਾ। ਉਹਦੇ ਜਨਮ ਮਰਨ ਇਹ ਬਾਣੀ ਨੂੰ ਕੱਟੇਗੀ, ਉਹਦਾ ਜਨਮ ਮਰਨ ਜੀ। ਸੋ ਸਾਧ ਸੰਗਤ, ਆਨੰਦ ਸਾਹਿਬ ਜੀ ਦੀ ਵਡਿਆਈ ਜਿਹੜੀ ਉਹ ਕੱਲ ਆਪ ਜੀ ਨੇ ਸਰਵਣ ਕੀਤੀ ਜੀ। ਗੁਰੂ ਜੀ ਦੀ ਬਾਣੀ ਸਾਰੀ ਆਨੰਦਦਾਈ ਹੈ। ਇੱਥੇ ਮੈਂ ਇਹ ਵੀ ਬੇਨਤੀ ਕਰਾਂਗਾ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਵਿੱਚ ਹੀ ਆਨੰਦ ਹੈ। ਪਰ ਜਿਸ ਬਾਣੀ ਦਾ ਨਾਮ ਹੀ ਮਹਾਰਾਜ ਨੇ ਆਨੰਦ ਰੱਖਿਆ ਉਹ ਤੇ ਹੋਏਗੀ ਆਨੰਦ ਜੀ। ਹੈ ਸਾਰੀ ਬਾਣੀ ਆਨੰਦ ਹੈ। ਪਿਆਰ ਵਾਲੇ ਐਸੇ ਵੀ ਇਸ ਸੰਸਾਰ ਵਿੱਚ ਹਨ, ਕੋਈ ਇੱਕ ਪੰਕਤੀ ਗੁਰਬਾਣੀ ਦੀ ਪੜ੍ਹ ਲੈਣ, ਉਹਨਾਂ ਦੇ ਨੇਤਰਾਂ 'ਚੋਂ ਬੈਰਾਗ ਸ਼ੁਰੂ ਹੋ ਜਾਂਦਾ ਜੀ। ਅੰਦਰ ਉਹਨਾਂ ਦਾ ਜੁੜ ਜਾਂਦਾ ਜੀ, ਅਵਸਥਾ ਟਿਕ ਜਾਂਦੀ ਜੀ ਉਹਨਾਂ ਦੀ। ਗੁਰਬਾਣੀ ਸਾਰੀ ਵਿੱਚ ਅੰਮ੍ਰਿਤ ਹੈ, ਸਾਰੀ ਗੁਰਬਾਣੀ ਵਿੱਚ ਆਨੰਦ ਹੈ। ਤੁਸੀਂ ਪੜ੍ਹ ਕੇ ਤੇ ਵੇਖੋ। ਪਰ ਇਹਦਾ ਨਾਮ ਹੀ ਮਹਾਰਾਜ ਨੇ ਆਨੰਦ ਰੱਖ ਦਿੱਤਾ ਜੀ। ਸੋ ਪਿਆਰਿਓ, ਆਨੰਦ ਸਾਹਿਬ ਜੀ ਦਾ ਪਾਠ ਆਨੰਦ ਦੇ ਨਾਲ ਹੀ ਕਰਿਆ ਕਰੋ, ਆਨੰਦ ਮਿਲੇਗਾ।
ਉਹ ਇੱਕ ਸਿੱਖ 10ਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੰਥਿਆ ਕਰਨ ਲੱਗ ਪਿਆ ਜੀ, ਬਾਣੀ ਦੀ ਪਾਠ ਸਿੱਖਣ ਲੱਗ ਪਿਆ। ਤੇ ਜਦੋਂ ਆਨੰਦ ਸਾਹਿਬ ਤੇ ਆਇਆ, 5 ਬਾਣੀਆਂ ਦਾ ਪਾਠ ਸਿੱਖਣਾ ਸੀ। ਆਨੰਦ ਸਾਹਿਬ ਤੇ ਆਇਆ ਤੇ ਪਹਿਲੀ ਪੰਕਤੀ ਪੜ੍ਹੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹਦੇ ਵਿੱਚ ਹੀ ਆਨੰਦ ਹੋ ਗਿਆ ਜੀ ਉਹਨੂੰ ਜੀ। ਉਹ ਅੱਗੋਂ ਸੰਥਿਆ ਹੀ ਨਾ ਕਰਿਆ ਕਰੇ, ਸਿੱਖਿਆ ਹੀ ਨਾ ਕਰੇ। ਉਹ ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਪਾਠ ਸਿਖਾਉਂਦਾ ਸੀ ਨਾ ਸਾਰੇ ਸਿੱਖਾਂ ਨੂੰ, ਉਹਨੇ ਮਹਾਰਾਜ ਨੂੰ ਦੱਸਿਆ, ਮਹਾਰਾਜ ਜਿਹੜਾ ਫਲਾਣਾ ਸਿੰਘ ਹੈ ਮਹਾਰਾਜ, ਉਹ ਤੇ ਆਨੰਦ ਸਾਹਿਬ ਦੀ ਇੱਕੋ ਹੀ ਪੰਕਤੀ ਪੜ੍ਹ ਕੇ ਮੁੜ ਆਇਆ ਹੀ ਨਹੀਂ ਸਿੱਖਣ ਵਾਸਤੇ। ਮਹਾਰਾਜ ਨੇ ਉਹਨੂੰ ਆਵਾਜ਼ ਮਾਰੀ, ਪੁੱਛਿਆ, ਕਹਿੰਦਾ ਮਹਾਰਾਜ ਆਨੰਦ ਹੀ ਇੰਨਾ ਬਣ ਗਿਆ, ਅੱਗੇ ਨਹੀਂ ਵਧਿਆ ਜਾ ਰਿਹਾ, ਭਾਗਾਂ ਵਾਲਿਆਂ ਨੂੰ ਬਣਦਾ। ਫਿਰ ਮਹਾਰਾਜ ਨੇ ਉਹਦੇ ਤੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਕੋਈ ਨਹੀਂ, ਆਨੰਦ ਹੋਰ ਵਧੇਗਾ, ਹੋਰ ਬਾਣੀ ਪੜ੍ਹ ਕਹਿਣ ਲੱਗੇ। ਸੰਗਤ ਜੀ, ਆਨੰਦ ਸਾਹਿਬ ਜੀ ਦੀ ਬਾਣੀ ਦਾ ਬੜਾ ਹੀ ਪ੍ਰਤਾਪ ਹੈ। ਵੈਸੇ ਦਾਸ ਬੇਨਤੀ ਕਰੇ, ਸਮਾਂ ਲੱਗ ਜਾਣਾ, ਲੜੀਵਾਰ ਆਪਾਂ ਕਥਾ ਕਰਨੀ ਹੈ। ਜਪਜੀ ਸਾਹਿਬ ਦਾ ਆਪਣਾ ਮਹਾਤਮ ਹੈ, ਜਾਪ ਸਾਹਿਬ ਦਾ ਆਪਣਾ ਮਹਾਤਮ ਹੈ, ਸਵਈਆਂ ਦਾ ਮਹਾਤਮ ਹੈ, ਚੌਪਈ ਸਾਹਿਬ ਦਾ ਮਹਾਤਮ ਹੈ, ਤੇ ਆਨੰਦ ਸਾਹਿਬ ਦਾ ਆਪਣਾ ਮਹਾਤਮ ਹੈ। ਕੋਈ ਕਾਰਜ ਹੋਵੇ ਗੁਰੂ ਘਰ ਵਿੱਚ, ਜਿੰਨਾ ਚਿਰ ਤੱਕ ਆਨੰਦ ਸਾਹਿਬ ਜੀ ਦਾ ਕੀਰਤਨ ਨਹੀਂ ਹੁੰਦਾ, ਪਾਠ ਨਹੀਂ ਹੁੰਦਾ, ਕਾਰਜ ਸੰਪੂਰਨ ਨਹੀਂ ਹੁੰਦਾ ਜੀ। ਔਰ ਵੇਖੋ ਕਮਾਲ ਦੀ ਗੱਲ ਇਹ ਹੈ, ਸਾਡੀ ਮਰਿਆਦਾ ਹੈ, ਇਹ ਗੱਲ ਕਹਿਣੀ ਪਏਗੀ, ਸਿੱਖ ਦੇ ਘਰ ਵਿੱਚ ਕਿਸੇ ਦਾ ਜਨਮ ਹੋਵੇ ਤਾਂ ਵੀ ਆਨੰਦ ਸਾਹਿਬ ਪੜ੍ਹਨਾ ਹੈ, ਤੇ ਜੇ ਕੋਈ ਸਰੀਰ ਤਿਆਗ ਦੇਵੇ ਤਾਂ ਵੀ ਆਨੰਦ ਸਾਹਿਬ ਪੜ੍ਹਨਾ ਹੈ। ਕਦੀ ਨਹੀਂ ਕਿਸੇ ਨੇ ਕਿਹਾ ਵੀ ਆਨੰਦ ਸਾਹਿਬ ਕਿਉਂ ਪੜ੍ਹ ਰਹੇ ਹੋ। ਜਵਾਨ ਰਾਗੀ ਸਿੰਘ ਸੀਗਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦਾ, ਭਾਈ ਨਵਨੀਤ ਸਿੰਘ, 2 ਛੋਟੀਆਂ ਛੋਟੀਆਂ ਉਹਦੀਆਂ ਬੱਚੀਆਂ, ਉਹ ਸਰੀਰ ਤਿਆਗ ਗਏ ਜੀ ਸੱਪ ਲੜਨ ਕਰਕੇ ਜੀ। ਉਹਨਾਂ ਦਾ ਭੋਗ ਤੇ ਆਨੰਦ ਸਾਹਿਬ ਫੇਰ ਹੋਇਆ ਜੀ। ਜਵਾਨ ਦੀ ਮੌਤ ਹੋਈ ਹੈ, ਆਨੰਦ ਸਾਹਿਬ ਉੱਥੇ ਵੀ ਹੋਣਾ ਹੈ। ਆਨੰਦ ਸਾਹਿਬ ਤੋਂ ਬਗੈਰ ਸਾਡਾ ਕੋਈ ਵੀ ਜਿਹੜਾ ਕਾਰਜ ਹੈ ਉਹ ਸੰਪੂਰਨ ਨਹੀਂ ਹੁੰਦਾ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਅੰਮ੍ਰਿਤ ਸਮੈ ਜੋ ਪਠੇ ਆਨੰਦ, ਮਿਲਹਿ ਗੋਬਿੰਦ ਮੁਕੰਦ ਆਨੰਦ। ਅੰਮ੍ਰਿਤ ਵੇਲੇ ਜਿਹੜਾ ਆਨੰਦ ਸਾਹਿਬ ਜੀ ਦਾ ਪਾਠ ਕਰੇਗਾ ਉਹਨੂੰ ਆਨੰਦ ਵੀ ਮਿਲੇਗਾ, ਉਹਨੂੰ ਗੋਬਿੰਦ ਵੀ ਮਿਲੇਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਆਨੰਦ ਵੀ ਮਿਲੇਗਾ, ਗੋਬਿੰਦ ਭਾਵ ਪਰਮੇਸ਼ਰ ਵੀ ਮਿਲੇਗਾ ਜੀ, ਰੱਬ ਦੀ ਪ੍ਰਾਪਤੀ ਹੋਏਗੀ ਜੀ। ਗੁਰਬਾਣੀ ਦਾ ਬੜਾ ਵੱਡਾ ਮਹਾਤਮ ਹੈ। ਅਸਲ ਵਿੱਚ ਗੁਰਬਾਣੀ ਆਪ ਹੀ ਗੁਰੂ ਹੈ। ਬਾਣੀ ਗੁਰੂ ਹੈ ਬਾਣੀ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਭਾਗਾਂ ਵਾਲਿਓ, ਪਿਆਰ ਦੇ ਨਾਲ ਆਨੰਦ ਸਾਹਿਬ ਦਾ ਪਾਠ ਕਰਿਆ ਕਰੋ। ਕਿਤੇ ਜੀ ਕਰੇ ਨਾ, ਨਹੀਂ ਵੀ ਵਾਜਾ ਆਉਂਦਾ, ਹਾਰਮੋਨੀਅਮ ਨਹੀਂ ਵੀ ਤਬਲਾ ਆਉਂਦਾ, ਵੈਸੇ ਆਨੰਦ ਸਾਹਿਬ ਗਾ ਲਿਆ ਕਰੋ। ਥੋੜ੍ਹਾ ਬਹੁਤਾ ਤੇ ਗਾਉਣਾ ਸਭ ਨੂੰ ਹੀ ਆਉਂਦਾ ਹੈ, ਇਹੋ ਜਿਹੀ ਤੇ ਕੋਈ ਗੱਲ ਨਹੀਂ ਤੁਸੀਂ ਕੋਲ ਸਾਨੂੰ ਗਾਉਣਾ ਨਹੀਂ ਆਉਂਦਾ। ਵੈਸੇ ਗਾ ਲਿਆ ਕਰੋ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਵੈਸੇ ਹੀ ਗਾ ਲਿਆ ਕਰੋ, ਪੜ੍ਹਿਓ ਪ੍ਰੇਮ ਨਾਲ, ਆਨੰਦ ਵਧੇਗਾ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਦੋਵੇਂ ਜੋੜੋ ਹੱਥ, ਪਿਆਰ ਨਾਲ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਕੇਤਿਕ ਚਿਰ ਪੁਨ ਬੀਤਤ ਭਇਓ। ਕੁਝ ਸਮਾਂ ਬਤੀਤ ਹੋ ਗਿਆ ਜੀ, ਬਾਬਾ ਆਨੰਦ ਜੀ ਦਾ ਜਨਮ ਹੋਇਆ ਜੀ। ਔਰ ਆਨੰਦ ਸਾਹਿਬ ਦਾ ਮਹਾਤਮ ਮੈਂ 1 ਮਿੰਟ 'ਚ ਕਹਿ ਦਿਆਂ, ਪੰਕਤੀ ਆਈ ਸੀਗੀ ਧਿਆਨ ਵਿੱਚ ਨਹੀਂ ਰਹੀ। ਆਨੰਦ ਸਾਹਿਬ ਦਾ ਜੇ ਮਹਾਤਮ ਸੁਣਨਾ ਹੈ ਨਾ, ਆਨੰਦ ਸਾਹਿਬ ਦੀ 40ਵੀਂ ਪੌੜੀ ਪੜ੍ਹ ਲਓ ਜੀ। ਉਹਦੇ ਵਿੱਚ ਦੱਸਿਆ, ਆਨੰਦ ਸੁਣੋ ਵੱਡੇ ਭਾਗੀ ਹੋ, ਸਗਲ ਮਨੋਰਥ ਪੂਰੇ। ਸੁਣਨ ਵਾਲੇ ਦੇ ਮਨੋਰਥ ਪੂਰੇ ਹੋਣਗੇ। ਗੋਬਿੰਦ ਮਿਲੇਗਾ ਨਾ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਆਨੰਦ ਸਾਹਿਬ ਨੂੰ ਸੁਣਨ ਦਾ ਮਹੱਤਵ ਹੈ ਜੀ। ਸੋ ਕੁਝ ਸਮਾਂ ਇਸ ਤਰੀਕੇ ਨਾਲ ਹੋਰ ਬਤੀਤ ਹੋ ਗਿਆ ਜੀ। ਹਾਂਜੀ। ਪੋਤਰਾ ਤ੍ਰਿਤੀਏ ਬਹੁਰ ਨਿਪਜਿਓ। ਗੁਰੂ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ, ਬਾਬਾ ਮੋਹਰੀ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ। ਗੁਰੂ ਸਾਹਿਬ ਦਾ ਤੀਸਰਾ ਪੋਤਰਾ ਪੈਦਾ ਹੋਇਆ ਜੀ। ਤੀਸਰੇ ਪੋਤਰੇ ਦਾ ਜਨਮ ਹੋਇਆ। ਹਾਂਜੀ। ਅਰਜਾਨੀ ਤਿਹ ਨਾਮ ਬਖਾਨਾ। ਅਰਜਾਨੀ ਉਹਦਾ ਨਾਮ ਰੱਖਿਆ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਵੇਖੋ, ਦੋਤਰੇ ਦਾ ਨਾਮ ਅਰਜਨ ਰੱਖਿਆ ਤੇ ਪੋਤਰੇ ਦਾ ਨਾਮ ਅਰਜਾਨੀ ਰੱਖਿਆ। ਹਾਂਜੀ। ਪੂਰਬ ਸਤਿਗੁਰ ਭਗਤ ਮਹਾਨਾ। ਉਹ ਪਿਛਲੇ ਜਨਮ ਵਿੱਚ ਗੁਰੂ ਸਾਹਿਬ ਦੇ ਬੜੇ ਵੱਡੇ ਭਗਤ ਸਨ ਜੀ। ਬੜੀ ਮਹਾਨ ਰੂਹ ਤੀਸਰਾ ਪੋਤਰਾ ਬਣ ਕੇ ਆਈ ਜੀ। ਹਾਂਜੀ। ਹੋਤੋ ਬਿਰਕਤ ਜਨਮਤ ਮ੍ਰਿਤ ਭਇਓ। ਪਰ ਖੇਡ ਇਹ ਬਣੀ, ਕੋਈ ਐਸਾ ਪਰਮੇਸ਼ਰ ਦਾ ਭਾਣਾ ਜਨਮ ਸਮੇਂ ਜਦੋਂ ਬਾਬਾ ਅਰਜਾਨੀ ਜੀ ਦਾ ਜਨਮ ਹੋਇਆ ਨਾ ਜੀ, ਖੂਨ ਘੱਟ ਸੀਗਾ ਜੀ ਇਹਨਾਂ ਦੇ ਸਰੀਰ ਵਿੱਚ ਜੀ, ਜਿਹਦੇ ਕਰਕੇ ਮ੍ਰਿਤਿੂ ਹੋ ਗਈ ਜੀ ਉਹਨਾਂ ਦੀ। ਹਾਂਜੀ। ਸ਼ੋਕ ਅਧਿਕ ਜਨਨੀ ਨੇ ਕਯੋ। ਹੁਣ ਉਹ ਮਾਤਾ ਨੂੰ ਬੜਾ ਦੁੱਖ ਹੋਇਆ ਜੀ। ਹਾਂਜੀ। ਤਿੰਨ ਲੇਕਰ ਗੁਰ ਟਿਕ ਪਹੁੰਚਾਇਓ। ਉਹ ਮਰਿਆ ਹੋਇਆ ਪੁੱਤਰ ਲੈ ਕੇ ਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਏ ਜੀ। ਹਾਂਜੀ। ਰੁਦਤ ਦੇਖ ਕਰ ਚਰਨ ਸੁਹਾਇਓ। ਰੋਵੇ ਮਹਾਰਾਜ, ਇਹ ਕੋਈ ਸਧਾਰਨ ਨਹੀਂ, ਤੁਹਾਡਾ ਪੋਤਰਾ ਬਣ ਕੇ ਆਇਆ। ਮਹਾਰਾਜ ਕੋਈ ਕਰਮ ਐਸਾ ਮ੍ਰਿਤਿੂ ਹੋ ਗਈ ਹੈ। ਤੇ ਜਦੋਂ ਰੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਮਹਾਰਾਜ ਦੇ ਮਨ 'ਚ ਦਇਆ ਆ ਗਈ ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਜਿਹੜੇ ਸੀ ਨਾ, ਉਹ ਬੱਚੇ ਨੂੰ ਛੁਹਾਏ ਜੀ। ਹਾਂਜੀ। ਜੀਵਤ ਭਇਓ ਦੇਖ ਸੁਖ ਪਾਏ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹਦੀ ਮੌਤ ਹੋ ਚੁੱਕੀ ਸੀ ਨਾ ਜੀ, ਉਹਦਾ ਜਨਮ ਹੋ ਗਿਆ ਜੀ ਦੁਬਾਰਾ ਜੀ, ਮੁੜ ਜੀ ਪਿਆ ਜੀ ਬਾਲਕ। ਹਾਂਜੀ। ਨਿਜ ਘਰ ਲੈ ਗਮਨੀ ਹਰ ਖਾਏ। ਉਹ ਮਾਤਾ ਜੀ ਫਿਰ ਲੈ ਗਏ ਜੀ ਆਪਣੇ ਪੁੱਤਰ ਨੂੰ ਆਪਣੇ ਘਰ ਵਿੱਚ। ਹਾਂਜੀ। ਕਿਤਕ ਕਾਲ ਗ੍ਰਹਿ ਬਿਖੈ ਬੀਤਿਓ ਜਬ। ਉਹ ਕੁਝ ਸਮਾਂ ਘਰ ਵਿੱਚ ਬਤੀਤ ਹੋਇਆ ਜੀ ਸੁਖੀ ਸਾਂਦੀ। ਹਾਂਜੀ। ਬਾਲਕ ਮ੍ਰਿਤਕ ਭਇਓ ਦੇਖਤ ਤਬ। ਅਰਜਾਨੀ ਜੀ ਫਿਰ ਸਰੀਰ ਤਿਆਗ ਦਿੱਤਾ ਜੀ, ਫਿਰ ਮੌਤ ਹੋ ਗਈ ਜੀ। ਹਾਂਜੀ। ਸ਼ੋਕਾਰਤ ਜਨਨੀ ਗੁਰ ਪਾਸ। ਹੁਣ ਮਾਤਾ ਨੂੰ ਇਹ ਸੀ ਵੀ ਪਹਿਲਾਂ ਵੀ ਮਹਾਰਾਜ ਦੇ ਚਰਨ ਛੁਹਾਏ ਸਨ ਤੇ ਜਿਉਂਦਾ ਹੋ ਗਿਆ ਸੀਗਾ। ਰੋਂਦਿਆਂ ਰੋਂਦਿਆਂ ਮਾਂ ਫਿਰ ਮਹਾਰਾਜ ਜੀ ਦੇ ਚਰਨਾਂ 'ਚ ਗਈ, ਗੁਰੂ ਸਾਹਿਬ ਜੀ ਦੀ ਨਹੁੰ ਜੀ। ਹਾਂਜੀ। ਰੁਦਤ ਦੀਨ ਕੀਨਸ ਅਰਦਾਸ। ਰੋਂਦਿਆਂ ਰੋਂਦਿਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਲੋਕ ਹਜ਼ਾਰਨ ਕੇਰ ਸਹਾਇਕ। ਇਹ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਹਜ਼ਾਰਾਂ ਲੋਕਾਂ ਦੀ ਸਹਾਇਤਾ ਕਰਦੇ ਹੋ, ਹਜ਼ਾਰਾਂ ਲੋਕਾਂ ਦੀ। ਹਾਂਜੀ। ਜਗ ਗੁਰੁ ਤੁਮ ਸਹਿਜ ਸੁਭਾਇਕ। ਜਗਤ ਦੇ ਗੁਰੂ, ਹਜ਼ਾਰਾਂ ਲੋਕ ਤੁਹਾਡੇ ਚਰਨਾਂ 'ਚ ਆ ਕੇ ਸੁਖ ਮਾਣਦੇ ਆ, ਬਖਸ਼ਿਸ਼ਾਂ ਪ੍ਰਾਪਤ ਕਰਦੇ ਆ। ਹਾਂਜੀ। ਮੋਹ ਪਰ ਕਿਰਪਾ ਆਪਣੀ ਧਰੀਏ। ਮੇਰੇ ਤੇ ਵੀ ਕਿਰਪਾ ਕਰੋ, ਮੈਂ ਤੁਹਾਡੀ ਨਹੁੰ ਆ ਸੱਚੇ ਪਾਤਸ਼ਾਹ। ਹਾਂਜੀ। ਪੁੱਤਰ ਮਰਿਓ ਜੀਵਾਵਨ ਕਰੀਏ। ਗੱਜ ਕੇ ਆਖੋ। ਤੇ ਮਹਾਰਾਜ ਕੁਝ ਸਮਾਂ ਪੁੱਤ ਜਿਉਂਦਾ ਰਿਹਾ, ਫਿਰ ਚਾਲਾ ਮਾਰ ਗਿਆ। ਹਾਂਜੀ। ਦੀਨ ਸਨੂਖਾ ਕੇ ਸੁਨ ਬੈਨ। ਤੇ ਮਹਾਰਾਜ ਨੇ ਜਦੋਂ ਆਪਣੀ ਨਹੁੰ ਦੀ ਗੱਲ ਸੁਣੀ, ਪਰੇ ਕਿਰਪਾ ਸੋ ਸੁੰਦਰ ਨੈਣ। ਸੱਚੇ ਪਾਤਸ਼ਾਹ ਫਿਰ ਕਿਰਪਾ ਦੇ ਘਰ 'ਚ ਆ ਗਏ। ਕੱਲਾ ਨਹੁੰ ਦਾ ਨਹੀਂ, ਉਹ ਸੁਣਿਆ ਨਾ ਜਿਹਨੂੰ ਤਈਆ ਤਾਪ ਹੋ ਗਿਆ ਸੀ ਤੇ ਮਹਾਰਾਜ ਨੇ ਉਹਨੂੰ ਵੀ ਜਿਉਂਦਾ ਕੀਤਾ ਸੀਗਾ ਜੀ।
ਹਾਂਜੀ। ਬਾਲਕ ਪੁੰਨ ਤਤਕਾਲ ਜੀਵਾਇਵ। ਗੁਰੂ ਸਾਹਿਬ ਨੇ ਮਿਹਰ ਕੀਤੀ ਤੇ ਬਾਬੇ ਅਰਜਾਨੀ ਨੂੰ ਦੂਜੀ ਵਾਰੀ ਜਿਉਂਦਾ ਕਰ ਦਿੱਤਾ ਜੀ। ਗੱਜ ਕੇ ਆਖੋ। 3 ਪੋਤਰੇ ਨੇ ਮਹਾਰਾਜ ਦੇ, ਬਾਬਾ ਅਰਥਮਲ ਜੀ, ਬਾਬਾ ਆਨੰਦ ਜੀ ਤੇ ਬਾਬਾ ਅਰਜਾਨੀ ਜੀ। ਹਾਂਜੀ। ਅਰਜਾਨੀ ਤਿਨ ਨਾਮ ਧਰਾਇਵ। ਫਿਰ ਮਹਾਰਾਜ ਜੀ ਨੇ ਅਰਜਾਨੀ ਨਾਮ ਰੱਖਿਆ ਜੀ ਤੀਜੀ ਵਾਰੀ। ਮਹਾਰਾਜ ਕਹਿੰਦੇ ਇਹਦਾ ਨਾਮ ਅਰਜਾਨੀ ਕਹਿਣਾ। ਅਰਜਾਨੀ ਦਾ ਮਤਲਬ ਹੁੰਦਾ ਵੱਡੀ ਉਮਰ ਵਾਲਾ ਜੀ। ਹਾਂਜੀ। ਆਰਜਾ ਉਮਰ, ਅਰਜਾਨੀ ਆਰਜਾ ਵਾਲਾ ਜੀ। ਇੱਕ ਦਾ ਨਾਮ ਆਨੰਦ ਰੱਖ ਦਿੱਤਾ ਜੀ, ਆਨੰਦ ਦੇ ਦਿੱਤਾ ਜੀ। ਹਾਂਜੀ। ਤੇ ਇੱਕ ਨੂੰ ਲੰਮੀ ਉਮਰ ਦਿੱਤੀ ਫਿਰ ਮਹਾਰਾਜ ਨੇ। ਸੁੱਖ ਮੰਗਣੀ ਚਾਹੀਦੀ ਸਾਧ ਸੰਗਤ ਜੀ, ਗੁਰੂਆਂ ਦੀਆਂ ਕੁੱਲਾਂ ਦੀ ਸੁੱਖ ਮੰਗਣੀ ਚਾਹੀਦੀ ਹੈ। ਤੁਹਾਡੇ ਵਿੱਚੋਂ ਕੋਈ ਸ਼ੰਕਾ ਨਾ ਕਰ ਲਏ। ਲਓ ਜੀ, ਮਹਾਰਾਜ ਨੇ ਆਪਣੇ ਪੋਤਰੇ ਜੀਂਦੇ ਕਰਤੇ। ਪਿਆਰਿਓ, ਭੁਲੇਖਾ ਹੀ ਹੈਗਾ, ਗੁਰੂ ਨੇ ਤੇ ਆਪਣੇ 4 ਸ਼ਹੀਦ ਵੀ ਤੇ ਕਰਾਏ ਹੈ ਨਾ ਜੀ। ਜੇ ਨਹੀਂ ਕਰਾਏ ਤੇ ਦੱਸੋ ਜੀ। ਸੁੱਖ ਮੰਗਣੀ ਚਾਹੀਦੀ ਹੈ ਗੁਰੂ ਦੀ ਕੁੱਲ ਦੀ ਜੀ। ਹਾਂਜੀ। ਪੋਤਰੇ 3 ਮੋਹਰੀ ਨੰਦ। ਇਸ ਤਰੀਕੇ ਨਾਲ ਮਹਾਰਾਜ ਦੇ 3 ਪੋਤਰੇ ਹੈ। ਭਾਵ ਬਾਬਾ ਮੋਹਰੀ ਜੀ ਦੇ 3 ਪੁੱਤਰ ਨੇ। ਹਾਂਜੀ। ਪ੍ਰਗਟ ਭਏ ਜਗ ਬਿਖੈ ਬਿਲੰਦ। ਜਗਤ ਵਿੱਚ ਬੜੇ ਮਸ਼ਹੂਰ ਹੋਏ ਜੀ। ਬਾਬਾ ਆਨੰਦ ਜੀ ਦੇ ਵੀ ਬੜੇ ਕਿੱਸੇ ਜੀ। ਬਾਬਾ ਆਨੰਦ ਜੀ ਫਿਰ ਨਾਮ ਜਪਦੇ ਰਹੇ, ਬੜਿਆਂ ਨੂੰ ਨਾਮ ਨਾਲ ਜੋੜਿਆ ਜੀ ਉਹਨਾਂ ਨੇ। ਅਰਜਾਨੀ ਜੀ ਦੀ ਲੰਮੀ ਉਮਰ ਹੋਈ ਜੀ। ਅਰਥਮਲ ਜੀ ਤੇ ਜਦੋਂ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ ਆ, 40 ਦਿਨਾਂ ਬਾਅਦ ਬਾਬੇ ਅਰਥਮਲ ਨੇ ਸਰੀਰ ਤਿਆਗ ਦਿੱਤਾ ਸੀਗਾ ਜੀ। ਮੈਂ 1 ਮਿੰਟ ਬੇਨਤੀ ਕਰਕੇ ਅੱਗੇ ਚੱਲਾਂ। ਮਹਾਰਾਜ ਜਦੋਂ ਲਾਹੌਰ ਗਏ ਤੇ ਬਾਬੇ ਅਰਥਮਲ ਨੂੰ ਸੁਨੇਹਾ ਭੇਜਿਆ ਜੀ। ਭਰਾ ਹੀ ਸਨ ਇੱਕ ਹਿਸਾਬ ਨਾਲ, ਮਾਮੇ ਦੇ ਪੁੱਤਰ ਸਨ ਜੀ। ਬਾਬਾ ਅਰਥਮਲ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਤੱਤੀ ਤਵੀ ਤੇ ਬੈਠ ਕੇ ਹੋਰ ਕਸ਼ਟ ਸਹਿ ਕੇ ਤੇ ਸ਼ਹੀਦ ਹੋਣਾ ਸੀ। ਤੇ ਬਾਬਾ ਅਰਥਮਲ ਜੀ ਦਾ ਇੰਨਾ ਪਿਆਰ ਸੀਗਾ, ਨੇਤਰਾਂ ਵਿੱਚ ਬੈਰਾਗ ਆ ਗਿਆ। ਕਹਿੰਦੇ ਮਹਾਰਾਜ ਤੁਸੀਂ ਨਾ ਸ਼ਹੀਦ ਹੋਵੋ, ਤੁਹਾਡੀ ਥਾਂ ਤੇ ਮੈਂ ਸ਼ਹੀਦ ਹੋ ਜਾਂਦਾ। ਮਹਾਰਾਜ ਕਹਿੰਦੇ ਅਰਥਮਲ ਜੀ ਕਿਉਂ? ਬਾਬਾ ਅਰਥਮਲ ਜੀ ਕਹਿੰਦੇ ਮਹਾਰਾਜ ਇੱਕ ਤੇ ਸੰਗਤਾਂ ਲੰਮਾ ਸਮਾਂ ਤੁਹਾਡੇ ਦਰਸ਼ਨ ਕਰਨਗੀਆਂ, ਦੂਜਾ ਮੈਂ ਤੁਹਾਡੇ ਤੋਂ ਬਗੈਰ ਰਹਿ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਅਰਥਮਲ ਜਿੰਨੀ ਸਾਡੀ ਉਮਰ ਹੈ ਨਾ, ਉਹਦੇ ਤੋਂ 40 ਦਿਨ ਵੱਧ ਤੁਹਾਡੀ ਉਮਰ ਹੈ, ਫਿਰ ਤੁਸੀਂ ਵੀ ਸਾਡੇ ਕੋਲ ਹੀ ਆ ਜਾਣਾ ਜੀ। ਸੋ ਬਾਬਾ ਅਰਥਮਲ ਜੀ, ਬਾਬਾ ਆਨੰਦ ਜੀ ਤੇ ਬਾਬਾ ਅਰਜਾਨੀ ਜੀ, ਇਹ ਗੁਰੂ ਸਾਹਿਬ ਜੀ ਦੇ 3 ਪੋਤਰੇ ਜਗਤ ਵਿੱਚ ਪ੍ਰਸਿੱਧ ਹੋਏ ਜੀ। ਹਾਂਜੀ। ਦਿਨ ਦਿਨ ਪ੍ਰਤ ਹਮ ਕੁਲ ਬਿਰਧਾ ਹੈ। ਤੇ ਦਿਨ ਦਿਨ ਪ੍ਰਤ ਹਮ ਕੁਲ ਬਰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀਗਾ, ਦਿਨੋਂ ਦਿਨ ਇਹ ਕੁੱਲ ਵਧੇਗੀ। ਹਾਂਜੀ। ਇਹ ਬਰ ਦਿਓ ਸੁਨਤ ਹਰਖੈ ਹੈ। ਉਹ ਬਾਬਾ ਮੋਹਰੀ ਜੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਜੀ। ਅੱਜ ਵੀ ਮਹਾਰਾਜ ਦਾ ਪਰਿਵਾਰ ਹੈਗਾ ਜੀ, ਗੋਇੰਦਵਾਲ ਸਾਹਿਬ ਭੱਲਾ ਪਰਿਵਾਰ। ਹਾਂਜੀ। ਭਾਈ ਮੋਹਰੀ ਸੰਤਤ ਐਸੇ। ਹਾਂਜੀ। ਮੋਹਨ ਕਥਾ ਸੁਨੋ ਭੀ ਜੈਸੇ। ਇਸ ਤਰੀਕੇ ਨਾਲ ਬਾਬਾ ਮੋਹਰੀ ਜੀ ਦੀ ਕੁੱਲ ਚੱਲਦੀ ਰਹੀ ਜੀ। ਹੁਣ ਮਹਾਰਾਜ ਦੇ ਦੂਸਰੇ ਪੁੱਤਰ ਦੀ ਕਥਾ ਸੁਣੋ, ਜਿਹੜੇ ਵੱਡੇ ਆ ਬਾਬਾ ਮੋਹਨ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਦੇਹ ਬੁੱਧ ਨਹਿ ਬੜ ਅਵਧੂਤ। ਬਾਬਾ ਮੋਹਨ ਜੀ ਬੜੇ ਵੱਡੇ ਫਕੀਰ ਸਨ ਜੀ, ਅਵਧੂਤ ਸਨ, ਮਸਤ ਸੁਭਾਅ ਦੇ ਮਾਲਕ ਸਨ। ਹਾਂਜੀ। ਪੂਰਨ ਪੁਰਖ ਸਤਿਗੁਰੂ ਸਪੂਤ। ਕਿਸੇ ਨੂੰ ਪਤਾ ਨਹੀਂ ਸੀ ਵੀ ਬਾਬਾ ਮੋਹਨ ਜੀ ਦੀ ਕਿੰਨੀ ਅਵਸਥਾ ਹੈ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਬਾਬਾ ਮੋਹਨ ਜੀ ਪੂਰਨ ਪੁਰਖ ਸਨ ਜੀ, ਪੂਰਨ ਪੁਰਸ਼ ਸਨ। ਹਾਂਜੀ। ਬਿਦ ਨਿਖੇਦ ਨਹਿ ਸ਼ੋਕ ਨਾ ਹਰਤਾ। ਹਾਂਜੀ। ਅੰਤਰ ਕੇ ਰਸ ਨੇ ਮਨ ਕਰਖਾ। ਸੰਸਾਰ ਵਿੱਚ ਘਾਟਾ ਪੈ ਜੇ ਵਾਧਾ ਪੈ ਜੇ, ਬਾਬਾ ਮੋਹਨ ਜੀ ਨੇ ਕਦੀ ਧਿਆਨ ਨਹੀਂ ਸੀ ਦਿੱਤਾ। ਇੱਕ ਰਸ ਉਹਨਾਂ ਦੀ ਅਵਸਥਾ ਰਹਿੰਦੀ ਸੀਗੀ ਜੀ। ਹਾਂਜੀ। ਇੱਕ ਦਿਨ ਸ੍ਰੀ ਗੁਰੂ ਸਹਿਜ ਸੁਭਾਏ। ਇਹ ਇੱਕ ਰਸ ਰਹਿੰਦੇ ਸੀਗੇ ਬਾਬਾ ਜੀ। ਇੱਕ ਦਿਨ ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਸਹਿਜ ਸੁਭਾ ਕਿਹਾ। ਪਿਖ ਮੋਹਨ ਸਿਸ ਬਾਕ ਅਲਾਏ। ਆਪਣੇ ਪੁੱਤਰ
ਬਾਬਾ ਮੋਹਨ ਜੀ ਨੂੰ ਦੇਖ ਕੇ ਸਤਿਗੁਰੂ ਜੀ ਨੇ ਇਹ ਬਚਨ ਕੀਤਾ। ਆਓ ਪੁੱਤਰ ਮੋਹਨ ਮਸਤਾਨੇ। ਅਸਲ ਵਿੱਚ ਸੁਣਨ ਵਾਲਿਆਂ ਨੂੰ ਤਾਂ ਇਹੋ ਹੀ ਲੱਗਾ ਵੀ ਗੁਰੂ ਸਾਹਿਬ ਕਹਿੰਦੇ ਆ ਮਸਤਾਨਿਆ, ਬਾਬਾ ਮੋਹਨ ਆ। ਹਾਂਜੀ, ਸਹਿਜ ਸਰੂਪ ਵਿਖੇ ਗਲਤਾਨੇ। ਤੂੰ ਆਪਣੇ ਸਹਿਜ ਸਰੂਪ 'ਚ ਗਲਤਾਨ ਹੀ ਰਹਿਣਾ, ਭਾਵ ਰਚਿਆ ਰਹਿਣਾ। ਹੁਣ ਦੁਨੀਆ ਨੂੰ ਤੇ ਇਹੋ ਹੀ ਲੱਗਾ ਵੀ ਮਹਾਰਾਜ ਨੇ ਮਸਤਾਨਾ ਆਖਿਆ, ਪਰ ਜਦੋਂ ਮਹਾਰਾਜ ਨੇ ਇਹ ਬਚਨ ਕੀਤਾ ਬਾਬਾ ਮੋਹਨ ਜੀ ਦੀ ਸੁਰਤ ਸਿੱਧੀ ਉੱਤੇ ਜੁੜ ਗਈ ਜੀ। ਗੱਜ ਕੇ ਆਖੋ। ਸ਼ਬਦਾਂ ਦਾ ਹੇਰ ਫੇਰ ਹੈ ਨਾ, ਸਾਨੂੰ ਪਤਾ ਨਹੀਂ ਲੱਗਦਾ ਜੀ। ਉਹ ਲੋਕ ਕਹਿੰਦੇ ਮਸਤਾਨਾ ਆਖਿਆ, ਤੇ ਆਪਾਂ ਮਸਤਾਨਾ ਕਿਹਨੂੰ ਕਹਿੰਦੇ? ਜਿਹੜਾ ਕਮਲਾ ਹੋਵੇ, ਪਾਗਲ ਹੋਵੇ। ਪਰ ਗੁਰੂ ਸਾਹਿਬ ਮਹਾਰਾਜ ਨੇ ਸੁਰਤ ਤਾਂ ਜੋੜ ਦਿੱਤੀ ਜੀ। ਹਾਂਜੀ, ਤਿਸ ਦਿਨ ਤੇ ਮੋਹਨ ਲਹਿ ਗਿਆਨ। ਲਓ ਜੀ, ਜਿਸ ਦਿਨ ਮਹਾਰਾਜ ਨੇ ਬਚਨ ਕੀਤਾ ਨਾ, ਬਾਬਾ ਮੋਹਨ ਜੀ ਦੀ ਗਿਆਨ ਵਾਲੀ ਅਵਸਥਾ ਹੋ ਗਈ ਜੀ। ਹਾਂਜੀ, ਦੇਹ ਬੁੱਧ ਅਰ ਦਵੈਤੀ ਹਾਨ। ਸਰੀਰ ਦੀ ਸੋਝੀ ਦੂਰ ਹੋ ਗਈ ਜੀ, ਜਿੱਥੇ ਪਏ ਪਏ ਹੀ ਰਹਿਣਾ ਜੀ। ਹਾਂਜੀ, ਅਛਤ ਦੇਹ ਦੇਹ ਨਹਿ ਜਾਣੇ। ਸਰੀਰ ਦੇ ਹੁੰਦਿਆਂ, ਗੱਜ ਕੇ ਆਖੋ ਵਾਹਿਗੁਰੂ। ਬਾਬਾ ਮੋਹਨ ਜੀ ਆਪਣੇ ਆਪ ਨੂੰ ਸਰੀਰ ਨਹੀਂ ਸੀ ਜਾਣਦੇ। ਤੁਸੀਂ ਕਹੋਗੇ ਵੀ ਬਾਬੇ ਮੋਹਨ ਨੇ ਫਿਰ ਮੱਥਾ ਕਿਉਂ ਨਹੀਂ ਟੇਕਿਆ ਗੁਰੂ ਰਾਮਦਾਸ ਜੀ ਨੂੰ? ਇਹ ਵੀ ਮਹਾਰਾਜ ਦੀ ਖੇਡ ਸੀ। ਪੋਥੀਆਂ ਗੁਰਬਾਣੀ ਦੀਆਂ ਸੇਵ ਰਹਿਣਗੀਆਂ, ਤਾਂ ਬਾਬਾ ਮੋਹਨ ਜੀ ਦੇ ਕੋਲੋਂ ਇਹ ਕਾਰਜ ਕਰਵਾਇਆ। ਨਹੀਂ ਤੇ ਗੁਰਬਾਣੀ ਦੀਆਂ ਪੋਥੀਆਂ ਸੇਵ ਨਹੀਂ ਸੀ ਰਹਿਣੀਆਂ, ਇੱਕ ਥਾਂ ਤੇ ਨਹੀਂ ਸੀ ਰਹਿਣੀਆਂ। ਅੱਗੇ ਅੱਗੇ ਕਥਾ ਆਈ ਜਾਏਗੀ, ਤੁਹਾਨੂੰ ਪਤਾ ਲੱਗ ਜਾਏਗਾ ਸਾਰੀ ਗੱਲ ਦਾ ਜੀ। ਬਾਬਾ ਮੋਹਨ ਜੀ ਦਾ ਸਰੀਰ ਹੈ, ਪਰ ਸਰੀਰ ਨਾਲੋਂ ਬਿਰਤੀ ਟੁੱਟੀ ਹੋਈ ਦੀ ਉਹਨਾਂ ਦੀ। ਹਾਂਜੀ, ਪਰਮ ਆਤਮਾ ਆਨੰਦ ਸਮਾਨੇ। ਹਰ ਸਮੇਂ ਬਾਬਾ ਮੋਹਨ ਜੀ ਆਨੰਦ ਵਿੱਚ ਹੀ ਰਹਿੰਦੇ ਜੀ, ਆਨੰਦ ਵਿੱਚ ਰਹਿੰਦੇ ਜੀ। ਹਾਂਜੀ, ਰਹਿ ਇਕੰਤ ਕੋਠਰੀ ਬੈਠਿਓ। ਗੱਜ ਕੇ ਆਖੋ। ਕੱਲੇ ਹੀ ਬਾਬਾ ਮੋਹਨ ਜੀ ਕੋਠਰੀ 'ਚ ਬੈਠੇ ਰਹਿੰਦੇ ਸਨ ਜੀ। ਛੋਟੇ ਕਮਰੇ ਨੂੰ ਕੋਠਰੀ ਕਹਿੰਦੇ ਜੀ, ਜਿਹੜਾ ਚਬਾਰੇ 'ਚ ਬਣਿਆ ਹੋਵੇ। ਕੋਠਰੀ ਦੇ ਵਿੱਚ ਬਾਬਾ ਮੋਹਨ ਜੀ ਕੱਲੇ ਬੈਠੇ ਰਹਿੰਦੇ ਸਨ ਜੀ। ਹਾਂਜੀ, ਮਨ ਇੰਦਰੀ ਕੇ ਸਹਿਤ ਇਕੱਠਿਓ। ਮਨ ਵੀ ਰੁਕਿਆ ਰਹਿੰਦਾ ਸੀ, ਇੰਦਰੀਆਂ ਵੀ ਰੁਕੀਆਂ ਰਹਿੰਦੀਆਂ ਸਨ। ਸਰੀਰ ਵੀ ਨਹੀਂ ਹਿੱਲਦਾ ਸੀ ਤੇ ਮਨ ਵੀ ਨਹੀਂ ਹਿੱਲਦਾ ਜੀ। ਹਾਂਜੀ, ਕਰਹਿ ਕਪਾਟ ਅਸੰਜਤ ਦਰ ਕੇ। ਵਾਹਿਗੁਰੂ। ਤੇ ਕੀ ਕੀਤਾ ਜੀ? ਦਰਵਾਜ਼ਾ ਬੰਦ ਰੱਖਦੇ ਸੀਗੇ ਜੀ ਬਾਬਾ ਮੋਹਨ ਜੀ। ਹਾਂਜੀ, ਕਿਹ ਸੋ ਕਹੈ ਨਾ ਸੁਨਹਿ ਨਿਕਰ ਕੇ। ਗੱਜ ਕੇ ਆਖੋ। ਵਾਹਿਗੁਰੂ। ਬਾਬਾ ਜੀ ਕਿਸੇ ਨਾਲ ਗੱਲ ਨਹੀਂ ਸੀ ਕਰਦੇ, ਕਿਸੇ ਦੀ ਗੱਲ ਸੁਣਦੇ ਨਹੀਂ ਸੀ ਹੁੰਦੇ ਜੀ। ਬਾਬਾ ਮੋਹਨ ਜੀ ਨੇ ਦੁਨੀਆ ਨਾਲ ਵਾਹ ਹੀ ਕੋਈ ਨਹੀਂ ਸੀ ਰੱਖਿਆ। ਗੱਜ ਕੇ ਆਖੋ ਵਾਹਿਗੁਰੂ। ਕਮਰੇ ਦੇ ਦਰਵਾਜ਼ੇ ਬੰਦ ਕੀਤੇ ਹੁੰਦੇ ਸੀਗੇ ਜੀ। ਹਾਂਜੀ, ਇੱਕ ਦਿਨ ਰਹੇ ਕਪਾਟ ਅਸੰਜਤ। ਵਹਿਰ ਨਿਕਸ ਗਮਨਿਓ ਮਨ ਰੰਜਤ। ਉਹ ਬਾਹਰੋਂ ਦਰਵਾਜ਼ਾ ਬਾਬਾ ਮੋਹਨ ਜੀ ਨੇ ਬੰਦ ਕਰਾ ਲੈਣਾ ਜੀ। ਹਾਂਜੀ, ਉਹ ਇੱਕ ਦਿਨ ਕਿਤੇ ਸਹਿਜ ਸੁਭਾਅ ਕੋਈ ਖੇਡ ਵਰਤੀ ਤੇ ਦਰਵਾਜ਼ੇ ਖੁੱਲੇ ਰਹਿ ਗਏ ਜੀ। ਹਾਂਜੀ, ਤੇ ਬਾਬਾ ਜੀ ਬਾਹਰ ਨੂੰ ਤੁਰ ਪਏ ਜੀ। ਹਾਂਜੀ, ਆਇਸ ਦੇ ਗੁਰ ਸਿੱਖ ਪਠਾਏ। ਅੰਤਰ ਮੋਹਨ ਦੇਹੋ ਬਿਠਾਏ। ਕਿਉਂ? ਬਾਬਾ ਜੀ ਨੂੰ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਬੈਠੇ ਕਿੱਥੇ ਨਹੀਂ। ਤੇ ਗੁਰੂ ਅਮਰਦਾਸ ਸਾਹਿਬ ਨੇ ਸਿੱਖਾਂ ਨੂੰ ਆਖਿਆ, ਸਿੱਖੋ ਜਾਓ ਵੇਖ ਕੇ ਆਓ ਮੋਹਨ ਜੀ ਕਿੱਧਰ ਚਲੇ ਗਏ ਆ। ਉਹਨਾਂ ਨੂੰ ਅੰਦਰ ਬਿਠਾਓ, ਮਹਾਰਾਜ ਕਹਿਣ ਲੱਗੇ। ਹਾਂਜੀ, ਗਮਨੇ ਦੇਖਤ ਜਹ ਕਹਿ ਥਾਏ। ਉਹ ਸਿੱਖ ਲੱਭਦੇ ਫਿਰਨ, ਬਾਬਾ ਮੋਹਨ ਜੀ ਲੱਭਣ ਹੀ ਨਾ ਵੀ ਕਿੱਥੇ ਚਲੇ ਗਏ ਆ। ਹਾਂਜੀ, ਭਇਓ ਅਲੋਪ ਨਾ ਦੇਖਿਓ ਜਾਏ। ਅਸਲ ਵਿੱਚ ਬਾਬਾ ਮੋਹਨ ਜੀ ਅਲੋਪ ਹੀ ਹੋ ਗਏ ਸਨ ਜੀ। ਕਿਸੇ ਨੂੰ ਲੱਭਣ ਹੀ ਨਾ ਵੀ ਕਿੱਥੇ ਚਲੇ ਗਏ ਆ। ਹਾਂਜੀ, ਕਿਤਕ ਸਮੇਂ ਮੈਂ ਕੋਠੇ ਮਾਹੇ। ਹਾਂਜੀ, ਪ੍ਰਗਟ ਭਏ ਦੇਖਾਂ ਸਭ ਥਾਏ। ਗੱਜ ਕੇ ਆਖੋ। ਕੁਝ ਸਮੇਂ ਬਾਅਦ ਉਸੇ ਕੋਠੜੀ ਦੇ ਵਿੱਚ ਬਾਬਾ ਮੋਹਨ ਜੀ ਆਪੇ ਹੀ ਪ੍ਰਗਟ ਹੋ ਗਏ ਜੀ। ਸਾਰੇ ਸਿੱਖ ਹੈਰਾਨ ਹੋ ਗਏ। ਤੁਸੀਂ ਇਮੈਜਿਨ ਕਰੋ ਕਿ ਬਾਬਾ ਜੀ ਦਾ ਚਿਹਰਾ ਮੂਰਾ ਕੈਸਾ ਹੋਏਗਾ ਜੀ। ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਨੇ, ਤੇ ਜੇ ਮੈਂ ਬਾਹਰੀ ਤੌਰ ਤੇ ਬੇਨਤੀ ਕਰਾਂ, ਪਿਤਾ ਵਰਗਾ ਚਿਹਰਾ ਤੇ ਪੁੱਤ ਦਾ ਹੁੰਦਾ ਹੀ ਹੈ ਨਾ ਜੀ।
ਅਵਸਥਾ ਵੀ ਮਹਾਨ ਬਣ ਗਈ ਜੀ। ਹਾਂ, ਅੰਤਰ ਧਿਆਨ ਹੋਤ ਕਿਹ ਕਾਲ, ਕਬਹੂ ਪ੍ਰਗਟ ਪਿਖਹਿ ਨਰ ਜਾਲ। ਕਦੀ ਤੇ ਦਿਸਣੋਂ ਹੀ ਹਟ ਜਾਂਦੇ ਹੁੰਦੇ ਸੀ ਬਾਬਾ ਜੀ ਦੀ, ਕਦੀ ਕਦੀ ਤੇ ਕਦੀ ਕਦੀ ਬੈਠੇ ਵੇਖਦੇ ਸੀ, ਕਦੀ ਕਦੀ ਬੈਠੇ ਹੀ ਨਹੀਂ ਸੀ ਵੇਖਦੇ ਜੀ। ਇੰਨੀ ਵੱਡੀ ਅਵਸਥਾ ਦੀ ਬਣ ਗਈ ਸੀਗੀ ਜੀ। ਹਾਂਜੀ, ਸਿਰ ਤੇ ਨਗਨ ਰਹਿ ਕਬ ਬੈਸੇ। ਕਦੀ ਸਿਰ ਤੇ ਪਰਨਾ ਵੀ ਨਹੀਂ ਹੋਣਾ, ਬਸਤਰ ਵੀ ਨਹੀਂ ਹੋਣਾ, ਨੰਗੇ ਸਿਰ ਹੀ ਬੈਠੇ ਰਹਿਣਾ ਬਾਬਾ ਜੀ ਨੇ। ਹਾਂਜੀ, ਕਰਤ ਚੇਸ਼ਟਾ ਉਨਮਤ ਜੈਸੇ। ਮਸਤਾਨਿਆਂ ਵਰਗਾ ਵਿਹਾਰ ਕਰਦੇ ਸਨ ਜੀ, ਜਿਵੇਂ ਮਸਤਾਨੇ ਵਿਹਾਰ ਕਰਦੇ ਨਾ, ਅਸਲ 'ਚ ਅਵਸਥਾ ਛਪਾ ਕੇ ਰੱਖਦੇ ਸੀ ਬਾਬਾ ਜੀ ਆਪਣੀ। ਹਾਂਜੀ, ਜੁਗ ਹਾਥਨ ਸੋ ਭੋਜਨ ਖਾਵੈ। ਤੇ ਕਈ ਵਾਰੀ ਬਾਬਾ ਮੋਹਨ ਜੀ ਨੇ ਦੋਵਾਂ ਹੱਥਾਂ ਨਾਲ ਭੋਜਨ ਛਕਣਾ ਜੀ, ਦੋਵਾਂ ਹੱਥਾਂ ਨਾਲ ਹੀ ਜੀ। ਹਾਂਜੀ, ਕਬਹੂ ਮੌਨ ਕਬ ਊਚ ਅਲਾਵੈ। ਕਦੀ ਤੇ ਬਾਬਾ ਮੋਹਨ ਜੀ ਨੇ ਚੁੱਪ ਹੋ ਜਾਣਾ, ਤੇ ਕਦੀ ਸੰਗਤ ਦੀ ਉੱਚੀ ਉੱਚੀ ਗੱਲਾਂ ਕਰਨ ਲੱਗ ਪੈਣੀਆਂ। ਗੱਜ ਕੇ ਆਖੋ, ਮਹਾਰਾਜ ਬਾਣੀ 'ਚ ਕਹਿੰਦੇ ਆ, ਰੰਗ ਹੱਸੈ ਹੈ ਰੰਗ ਰੋਬ ਹੈ, ਚੁੱਪ ਵੀ ਕਰ ਜਾ ਹੈ। ਰੰਗ 'ਚ ਗੱਲਾਂ ਕਰਦੇ ਆ, ਰੰਗ 'ਚ ਰੋਣ ਵੀ ਲੱਗ ਪੈਂਦੇ ਆ, ਰੰਗ 'ਚ ਚੁੱਪ ਵੀ ਕਰ ਜਾਂਦੇ ਆ। ਪਰਵਾਹ ਨਾਹੀਂ ਕਿਸੈ ਕੇਰੀ, ਬਾਝ ਸੱਚੈ ਨਾ ਹੈ। ਉਹਨਾਂ ਨੂੰ ਰੱਬ ਤੋਂ ਸਿਵਾ ਦੂਜੇ ਦੀ ਪਰਵਾਹ ਨਹੀਂ ਹੁੰਦੀ ਜੀ। ਹਾਂਜੀ, ਐਸੀ ਦਸ਼ਾ ਦੇਖ ਤਿਸ ਮਾਤਾ। ਉਹ ਮਾਤਾ ਜੀ ਨੇ ਵੇਖਣਾ ਗੁਰੂ ਅਮਰਦਾਸ ਜੀ ਦੇ ਮਹਿਲ, ਆਪਣੇ ਪੁੱਤਰ ਦੀ ਇਹੋ ਜਿਹੀ ਹਾਲਾਤ ਵੇਖਣੀ। ਟਿਗ ਆਈ ਗੁਰ ਆਨੰਦ ਦਾਤਾ। ਤੇ ਮਾਤਾ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਬਿਨੇ ਸਹਿਤ ਮਨ ਦੀਨ ਬਖਾਨੇ। ਹੱਥ ਜੋੜ ਕੇ ਨਾ ਮਾਤਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ। ਤੁਮ ਸੋ ਦ੍ਰਿਸ਼ਟ ਤੇ ਬਾਵਰ ਸਿਆਣੇ। ਕਹਿਣ ਲੱਗੇ, ਮਹਾਰਾਜ ਤੁਮ ਸੋ ਦ੍ਰਿਸ਼ਟ ਤੇ ਬਾਬਰ ਸਿਆਣੇ। ਮਹਾਰਾਜ ਤੁਹਾਡੀ ਮਿਹਰ ਹੋ ਜੇ, ਕਮਲੇ ਵੀ ਸਿਆਣੇ ਬਣ ਜਾਂਦੇ ਆ। ਗੱਜ ਕੇ ਆਖੋ ਵਾਹ। ਇੰਜ ਨਹੀਂ ਗੱਜ ਕੇ, ਵਾਹ। ਗੁਰੂ ਸਾਹਿਬ ਮਹਾਰਾਜ ਤੁਹਾਡੀ ਦ੍ਰਿਸ਼ਟੀ ਪਵੇ, ਕਮਲੇ ਵੀ ਸਿਆਣੇ ਹੋ ਜਾਂਦੇ ਆ। ਹਾਂਜੀ, ਮਿਰਤਕ ਭਏ ਜੀਵਹਿ ਤਤਕਾਲ। ਮਰੇ ਹੋਏ ਜਿੰਦੇ ਹੋ ਜਾਂਦੇ ਆ। ਤੁਹਾਡੀ ਦ੍ਰਿਸ਼ਟੀ ਵਿੱਚ ਇੰਨੀ ਵੱਡੀ ਤਾਕਤ ਹੈ। ਕਾਰਜ ਸਿੱਧ ਕਰੋ ਸਿੱਖ ਜਾਲ। ਆਪਣੇ ਸਿੱਖਾਂ ਦੇ ਕਾਰਜ ਤੁਸੀਂ ਵੇਖ ਕੇ ਹੀ ਕੰਮ ਕਰ ਦਿੰਦੇ ਹੋ। ਤੁਹਾਡੀ ਦ੍ਰਿਸ਼ਟੀ 'ਚ ਇੰਨੀ ਤਾਕਤ ਹੈ। ਹਾਂਜੀ, ਜੇਠੋ ਪੁੱਤਰ ਸੁਮਤ ਜੁਤ ਰਾਵਰ। ਤੇ ਸੱਚੇ ਪਾਤਸ਼ਾਹ ਤੁਹਾਡਾ ਵੱਡਾ ਪੁੱਤਰ ਮਹਾਰਾਜ, ਉਮਰ ਵੀ ਬਾਬਾ ਮੋਹਨ ਜੀ ਦੀ ਵੱਡੀ ਹੋ ਰਹੀ ਸੀਗੀ। ਹਾਂਜੀ, ਕਿਮ ਹੋਇਓ ਮੋਹਨ ਇਹ ਬਾਵਰ। ਮਹਾਰਾਜ ਸਾਰੇ ਲੋਕ ਕਹਿੰਦੇ ਮੋਹਨ ਕਮਲਾ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਅਸਲ 'ਚ ਉਹਨਾਂ ਨੂੰ ਪਤਾ ਨਹੀਂ ਸੀ ਕੀ ਹੋ ਗਿਆ। ਮਹਾਰਾਜ ਤੁਹਾਡੇ ਪੁੱਤਰ ਨੂੰ ਲੋਕ ਕਮਲਾ ਕਹਿੰਦੇ ਆ। ਹਾਂਜੀ, ਜਾਨਤ ਹੋਤੇ ਜੇ ਇਮ ਮਨ ਕਾਹੂ, ਤਉ ਕਾਹੇ ਕੀਨਸ ਇਹ ਬਿਆਹੂ। ਚਲੋ ਮਹਾਰਾਜ ਮੈਂ ਕਮਲਾ ਨਹੀਂ ਕਹਿੰਦੀ। ਮਹਾਰਾਜ ਮੋਹਨ ਉਦਾਸੀਨ ਬਿਰਤੀ ਦਾ ਮਾਲਕ ਹੈ, ਪਰ ਮਹਾਰਾਜ ਦੇ ਤੁਹਾਨੂੰ ਪਤਾ ਸੀ, ਕਿਉਂ ਤੁਸੀਂ ਗੁਰ ਪਰਮੇਸ਼ਰ ਹੋ, ਤੁਹਾਨੂੰ ਕਿਸ ਗੱਲ ਦਾ ਨਹੀਂ ਪਤਾ। ਮਹਾਰਾਜ ਜੇ ਆਪ ਜੀ ਨੂੰ ਪਤਾ ਸੀ ਤਾਂ ਉਹਦਾ ਵਿਆਹ ਕਿਉਂ ਕੀਤਾ। ਮਹਾਰਾਜ ਬਾਬੇ ਮੋਹਨ ਜੀ ਦਾ ਵਿਆਹ ਹੋਇਆ ਸੀਗਾ ਜੀ। ਹਾਂਜੀ, ਵੱਡੀ ਸਨੂਖਾ ਪਤੀ ਬਹੀਨੀ। ਵੱਡੀ ਨੂੰ ਪਤੀ ਤੋਂ ਬਗੈਰ ਹੀ ਰਹਿੰਦੀ ਹੈ। ਮੋਹਨ ਸਦਾ ਕੋਠਰੀ ਦੇ ਵਿੱਚ ਰਹਿੰਦਾ ਹੈ। ਹਾਂਜੀ, ਰਹਿਤ ਬਸੂਰਤ ਦੁਖ ਤੇ ਦੀਨੀ। ਮਹਾਰਾਜ ਸਾਡੀ ਵੱਡੀ ਨੂੰ ਝੂਰਦੀ ਰਹਿੰਦੀ ਹੈ। ਹਾਂਜੀ, ਮੈਂ ਟਿਕ ਦੇਖੋ ਤਿਸ ਪਛਤਾਉ। ਮੈਂ ਵੇਖਿਆ ਤੇ ਮਹਾਰਾਜ ਜਦੋਂ ਮੈਂ ਆਪਣੀ ਵੱਡੀ ਨੂੰਹ ਨੂੰ ਵੇਖਦੀ ਆ ਨਾ, ਮਹਾਰਾਜ ਮੇਰੇ ਮਨ 'ਚ ਆਉਂਦਾ ਵੀ ਵਿਆਹ ਹੀ ਨਾ ਕਰਦੇ, ਜੇ ਸਾਡੇ ਪੁੱਤਰ ਨੇ ਇਸ ਤਰ੍ਹਾਂ ਦਾ ਰਹਿਣਾ ਸੀ। ਹਾਂਜੀ, ਪਰੀ ਲਾਜ ਬਸ ਕਹੈ ਨਾ ਕਾਊ। ਮਹਾਰਾਜ ਪਰ ਸਾਡੀ ਨੂੰਹ ਧੀਰਜ ਵਾਲੀ ਬੜੀ ਹੈ। ਉਹਨੇ ਕਦੀ ਨਹੀਂ ਗੱਲ ਕੀਤੀ ਕਿਸੇ ਨਾਲ, ਮਨ 'ਚ ਗੱਲ ਰੱਖਦੀ ਹੈ ਸਾਡੀ ਨੂੰਹ। ਹਾਂਜੀ, ਹਰਖ ਸਮੇਤ ਹੋਬ ਕਬ ਨਾਹੀ। ਪਰ ਮਹਾਰਾਜ ਮੈਂ ਵੇਖਿਆ ਸਾਡੀ ਨੂੰਹ ਕਦੀ ਉਹਦਾ ਚਿਹਰਾ ਖੁਸ਼ ਨਹੀਂ ਹੁੰਦਾ। ਮਹਾਰਾਜ ਕਿਉਂ? ਪਤੀ ਪਰਮੇਸ਼ਰ ਦੀ ਸੇਵਾ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਜੀ।
ਹਾਂਜੀ। ਅਪਰ ਤ੍ਰਿਯਨ ਕੋ ਪਿਕ ਸੁਖ ਮਾਹੀ। ਬਾਕੀ ਇਸਤਰੀਆਂ ਬੜੀਆਂ ਸੁਖੀ ਨੇ, ਉਹਨਾਂ ਦੇ ਨਿੱਕੇ ਨਿੱਕੇ ਬਾਲ ਨੇ। ਹਾਂਜੀ। ਸੰਤਤਹੀਨੀ ਪਰਮ ਵਿਯੋਗਨ। ਪਰ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਮੋਹਣ ਦੇ ਘਰ ਵਿੱਚ ਕੋਈ ਧੀ ਪੁੱਤ ਵੀ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਮਾਂ ਨੂੰ ਫਿਕਰ ਹੁੰਦੀ ਹੈ ਪੁੱਤ ਦੀ ਵੀ ਤੇ ਨੂੰਹ ਦੀ ਵੀ ਜੀ। ਹਾਂਜੀ। ਚਾਹਤ ਨ ਬਸਤ ਵਿਭੂਖਨ ਸੋਗਨ। ਮਹਾਰਾਜ ਉਹਨੂੰ ਕੀ ਗਹਿਣੇ ਚਾਹੀਦੇ, ਕੀ ਬਸਤਰ ਚਾਹੀਦੇ ਆ ਇਸਤਰੀ ਨੂੰ। ਹਾਂਜੀ। ਤਿਮ ਦੁਖ ਤੇ ਦੁਖੀਆ ਮਨ ਮੇਰੋ। ਇਸ ਕਰਕੇ ਮੇਰਾ ਮਨ ਬੜਾ ਦੁਖੀ ਰਹਿੰਦਾ ਹੈ, ਆਪਣੇ ਨੂੰਹ ਦੇ ਦੁੱਖ ਕਰਕੇ ਮੇਰਾ ਮਨ ਵੀ ਦੁਖੀ ਰਹਿੰਦਾ ਹੈ। ਹਾਂਜੀ। ਪਰਮ ਅਨਾਥ ਸਮਾਨ ਜੇ ਹੇਰੋ। ਮਹਾਰਾਜ ਮੈਂ ਵੇਖਦੀ ਹਾਂ ਸਾਡੀ ਨੂੰਹ ਤੇ ਅਨਾਥਾਂ ਵਰਗੀ ਹੋ ਗਈ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸੁਨ ਸ਼੍ਰੀ ਅਮਰ ਪ੍ਰਸੰਨ ਭਏ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨਾ ਜੀ ਉਸ ਸਮੇਂ ਬੜੇ ਪ੍ਰਸੰਨ ਸਨ। ਤੇ ਜਦੋਂ ਆਪਣੀ ਨੂੰਹ ਦਾ ਬਚਨ ਸੁਣਿਆ ਵੀ ਸਾਡੀ ਨੂੰਹ ਇੰਨੀ ਧੀਰਜਧਾਰੀ ਹੈ, ਗੱਲ ਹੀ ਨਹੀਂ ਕਰਦੀ ਕਿਸੇ ਨਾਲ, ਆਪਣੀ ਨੂੰਹ ਦੇ ਧੀਰਜ ਤੇ ਮਹਾਰਾਜ ਪ੍ਰਸੰਨ ਹੋਏ ਜੀ। ਹਾਂਜੀ। ਮੋਹਨ ਮਹਾ ਆਨੰਦ ਰਹੇ ਹੈ। ਮਹਾਰਾਜ ਆਪਣੇ ਘਰ ਵਾਲੇ ਮਾਤਾ ਜੀ ਨੂੰ ਸਤਿਕਾਰਯੋਗ ਗੁਰੂ ਦੇ ਜੇ ਮਹਿਲ ਸਾਡੇ ਮਾਤਾ ਜੀ, ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਭਾਗਵਾਨੇ ਮੋਹਨ ਬੜੇ ਵੱਡੇ ਆਨੰਦ ਵਿੱਚ ਚਲੇ ਗਿਆ। ਗੱਜ ਕੇ ਆਖੋ ਉਹ ਸਾਡਾ ਪੁੱਤਰ ਭਗਤ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ। ਮੋਹਨ ਮੋਹ ਨਾ ਭੇਦ ਸੋ ਏਕ। ਮਹਾਰਾਜ ਕਹਿੰਦੇ ਅਸਲ ਵਿੱਚ ਤੁਹਾਨੂੰ ਦੱਸ ਦਿੰਨੇ ਆ, ਮੋਹਨ ਵਿੱਚ ਤੇ ਸਾਡੇ ਵਿੱਚ ਫਰਕ ਕੋਈ ਨਹੀਂ, ਅੰਦਰੋਂ ਅਸੀਂ ਇੱਕ ਹੀ ਆ। ਮਹਾਰਾਜ ਕਹਿਣ ਲੱਗੇ ਆਖਰ ਵੱਡਾ ਪੁੱਤਰ ਹੈ ਮਹਾਰਾਜ ਦਾ, ਛੁਪਾ ਕੇ ਰੱਖਦਾ ਉਹ ਗੱਲ ਨੂੰ। ਮਹਾਰਾਜ ਕਹਿਣ ਲੱਗੇ ਹਾਂਜੀ। ਲੀਨ ਸਮੁੰਦਰ ਆਨੰਦ ਵਿਵੇਕ। ਮਹਾਰਾਜ ਕਹਿਣ ਲੱਗੇ ਉਹ ਆਨੰਦ ਦੇ ਸਮੁੰਦਰ ਦੇ ਵਿੱਚ, ਵਿਵੇਕ ਦੇ ਸਮੁੰਦਰ ਵਿੱਚ, ਗਿਆਨ ਦੇ ਸਮੁੰਦਰ ਵਿੱਚ ਸਦਾ ਆਨੰਦਿਤ ਰਹਿੰਦਾ ਹੈ। ਹਾਂਜੀ। ਗੋਹਜ ਕਥਾ ਇਹ ਕਿਮ ਨਹਿ ਕਹੈ। ਸਾਡੇ ਪੁੱਤਰ ਦੀ ਵਡਿਆਈ ਪਤਾ ਕੀ ਹੈ? ਉਹ ਆਪਣੇ ਮਨ ਦੀ ਅਵਸਥਾ ਦੱਸਦਾ ਨਹੀਂ ਕਿਸੇ ਨੂੰ। ਗੱਜ ਕੇ ਆਖੋ ਸੰਗਤ ਦੀ ਸਿੱਖਿਆ ਲੈਣੀ ਚਾਹੀਦੀ ਹੈ। ਇੱਥੇ ਥੋੜਾ ਜਿਹਾ ਕੋਈ ਦਿਹਾੜੀ 'ਚ 5 ਪਾਠ ਜਪਜੀ ਸਾਹਿਬ ਦੇ ਵੱਧ ਕਰ ਲਿਓ, ਰੌਲਾ ਪਾਉਣ ਲੱਗ ਪੈਂਦਾ ਜੀ। ਰੌਲਾ ਨਹੀਂ ਪਾਉਣਾ, ਦੱਸਣਾ ਨਹੀਂ ਕਿਸੇ ਨੂੰ। ਮੋਹਨ ਸਭ ਬਿਦ ਪੂਰਨ ਹੈ। ਮਹਾਰਾਜ ਕਹਿਣ ਲੱਗੇ ਬਾਬਾ ਮੋਹਨ ਪੂਰਾ ਹੈ ਹਰ ਪ੍ਰਕਾਰ ਨਾਲ। ਹਾਂਜੀ। ਕਹਿਤ ਸਨੂਖਾ ਮੋਰ ਅਨਾਥ। ਵਾਹ ਵਾਹ ਗੱਜ ਕੇ ਆਖੋ। ਵੇਖੋ ਪਰਿਵਾਰ 'ਚ ਬੈਠੇ ਆ ਨਾ, ਮਹਾਰਾਜ ਕਹਿੰਦੇ ਤੁਸੀਂ ਕੀ ਕਹਿੰਦੇ ਹੋ ਵੀ ਸਾਡੀ ਨੂੰਹ ਅਨਾਥ ਹੈ? ਜਾਂ ਤੇ ਇਮ ਕਹੀਐ ਤਿਹ ਸਾਥ। ਨਾ, ਉਹ ਅਨਾਥ ਨਹੀਂ ਹੈ। ਜਾਓ ਮਹਾਰਾਜ ਕਹਿੰਦੇ ਅਸੀਂ ਮੋਹਣ ਦੀ ਬਿਰਤੀ ਕੁਝ ਸਮੇਂ ਲਈ ਉਸ ਆਨੰਦ ਵਿੱਚੋਂ ਕੱਢਦੇ ਹਾਂ, ਸਾਡੀ ਨੂੰਹ ਨੂੰ ਆਖੋ। ਕਹਿਣ ਲੱਗੇ ਹਾਂਜੀ। ਬਸਤਰ ਨਵੀਨ ਦੇਹ ਪਹਿਰਾਏ। ਆਪਣੇ ਸੰਗ ਲਿਹੋ ਤਿਹ ਜਾਏ। ਹੁਣ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਪ੍ਰੇਮ ਨਾਲ ਜਾ ਕੇ ਨਵੇਂ ਬਸਤਰ ਧਾਰਨ ਕਰਕੇ ਬਾਬਾ ਮੋਹਣ ਜੀ ਦੇ ਚਰਨਾਂ ਤੇ ਹੱਥ ਲਾਵੇ। ਉਹ ਭਗਤੀ ਵਾਲੇ ਹੈ, ਰੱਬੀ ਪੁਰਸ਼ ਹੈ। ਹਾਂਜੀ। ਮੋਹਨ ਕੇ ਚਰਨਨ ਪਰ ਪਾਵੋ। ਜਦੋਂ ਉਹ ਬਾਬਾ ਮੋਹਣ ਜੀ ਦੇ ਚਰਨਾਂ ਤੇ ਹੱਥ ਲਾਉਣਗੇ, ਹਾਂਜੀ, ਬਨ ਕੇ ਦੀਨ ਸੋ ਬਿਨਤੀ ਗਾਵੋ। ਹਾਂਜੀ। ਪਰੈ ਦ੍ਰਿਸ਼ਟ ਮੋਹਨ ਕੀ ਤਿਸ ਪਰ। ਤੇ ਸਾਡੇ ਪੁੱਤਰ ਜਿਹੜਾ ਬਹੁਤ ਅਵਸਥਾ ਵਿੱਚ ਅੱਗੇ ਹੈ, ਸਾਡੇ ਪੁੱਤਰ ਨੇ ਨੌ ਨੂੰ ਵੇਖਣਾ ਹੀ ਹੈ ਬਸ। ਮਹਾਰਾਜ ਕਹਿਣ ਲੱਗੇ ਹਾਂਜੀ। ਪ੍ਰਾਪਤ ਹੋਏ ਪੁੱਤਰ ਕੋ ਤਬ ਬਰ। ਗੱਜ ਕੇ ਆਖੋ। ਤੇ ਨਾਲੇ ਉਹਨਾਂ ਬਚਨ ਕਰਨਾ ਵੀ ਤੇਰੇ ਘਰ ਸ੍ਰੇਸ਼ਟ ਪੁੱਤਰ ਪੈਦਾ ਹੋਏਗਾ। ਬਸ ਬਚਨ ਕਰਨ ਦੀ ਦੇਰ ਹੈ, ਮਿਹਰ ਹੋ ਜਾਏਗੀ। ਕਹਿਣ ਲੱਗੇ ਮਿਹਰ ਹੋ ਜਾਏਗੀ। ਹਾਂਜੀ। ਸੁਨ ਸਤਿਗੁਰ ਕੇ ਬਾਕ ਸੁਹਾਏ। ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਬਚਨ ਜਿਹੜੇ ਆ ਨਾ ਜੀ, ਉਹ ਫਿਰ ਇਸੇ ਤਰ੍ਹਾਂ ਫਲੀਭੂਤ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਬਚਨ ਫਲੀਭੂਤ ਹੋਏ। ਮਹਾਰਾਜ ਜੀ ਦੀ ਨੂੰਹ ਬਾਬਾ ਮੋਹਣ ਜੀ ਆਪਣੇ ਪਤੀ ਜੀ ਦੇ ਪਾਸ ਗਈ ਹੈ, ਮੱਥਾ ਟੇਕਿਆ ਤੇ ਸਾਧ ਸੰਗਤ ਜੀ ਬਾਬਾ ਜੀ ਨੇ ਦ੍ਰਿਸ਼ਟੀ ਪਾਈ ਹੈ। ਗੁਰੂ ਸਾਹਿਬ ਜੀ ਦੀ ਮਿਹਰ ਹੋਈ ਜੀ।
ਕੇਤਿਕ ਦਿਨ ਮੈਂ ਕੇਤਿਕ ਦਿਨ ਮੈਂ ਸੁਤ ਅਬਿਰਾਮ। ਸਮਾਂ ਕੀ ਬਣਿਆ ਜੀ? ਗੁਰੂ ਦੀ ਕੁੱਲ ਵਧੀ ਜੀ। ਬਾਬਾ ਮੋਹਨ ਜੀ ਦੇ ਘਰ ਵਿੱਚ ਵੀ ਪੁੱਤਰ ਪੈਦਾ ਹੋਇਆ ਜੀ। ਹਾਂਜੀ। ਜਨਮਿਓ ਤਬ ਮੋਹਨ ਕੇ ਧਾਮ, ਹਾਂਜੀ। ਸ਼੍ਰੀ ਗੁਰ ਕੋ ਸੁਧ ਆਨ ਸੁਨਾਈ। ਗੁਰੂ ਸਾਹਿਬ ਜੀ ਨੂੰ ਫਿਰ ਖਬਰ ਪਹੁੰਚਾਈ, ਮਹਾਰਾਜ ਵਧਾਈ ਹੋਵੇ, ਬਾਬਾ ਮੋਹਨ ਜੀ ਦੇ ਘਰ ਵਿੱਚ ਪੁੱਤ ਪੈਦਾ ਹੋਇਆ। ਹਾਂਜੀ। ਕੀਨੋ ਮੰਗਲ ਭਜੀ ਵਧਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਖਬਰ ਦਿੱਤੀ ਗਈ, ਢੋਲ ਵੱਜੇ, ਬੜੀਆਂ ਵਧਾਈਆਂ ਕੀਤੀਆਂ ਜੀ। ਹਾਂਜੀ। ਭਇਓ ਆਨੰਦ ਸਰਬ ਹੀ ਧਾਮ। ਮਹਾਰਾਜ ਕਹਿੰਦੇ ਫਿਰ ਆਨੰਦ ਸਾਹਿਬ ਵੀ ਪੜੋ। ਅੱਜ ਕੇ ਆਖੋ ਵਾਹਿਗੁਰੂ। ਆਨੰਦ ਸਾਹਿਬ ਦਾ ਪਾਠ ਹੋਇਆ ਜੀ। ਤੇ ਆਨੰਦ ਸਾਹਿਬ ਦਾ ਪਾਠ ਹੋਇਆ ਤੇ ਬਾਬਾ ਮੋਹਨ ਜੀ ਦੀ ਪਤਨੀ ਜਿਹੜੀ ਝੂਰਦੀ ਰਹਿੰਦੀ ਸੀ ਨਾ, ਉਹ ਗੁਰੂ ਨੇ ਮਿਹਰ ਕੀਤੀ ਜੀ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਭਾਗ ਲੱਗ ਗਏ ਜੀ, ਭਾਗ ਲੱਗ ਗਏ ਜੀ। ਹਾਂਜੀ। ਸੰਸ ਰਾਮ ਰਖਿਓ ਤਿਸ ਨਾਮ। ਫਿਰ ਮਹਾਰਾਜ ਨੇ ਨਾਮ ਰੱਖਿਆ ਜੀ। ਵੇਖੋ ਇਹ ਮਹਾਰਾਜ ਦੇ ਪੋਤਰੇ ਕਿੰਨੇ ਭਾਗਾਂ ਵਾਲੇ ਜੀ। ਮਹਾਰਾਜ ਆਪ ਇਹਨਾਂ ਦਾ ਨਾਮ ਰੱਖ ਰਹੇ ਆ। ਤੇ ਮਹਾਰਾਜ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਇਹ ਸਾਡਾ ਸੰਸਰਾਮ ਹੈ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਕੀ ਨਾਮ ਰੱਖਿਆ? ਸੰਸਰਾਮ ਨਾਮ ਰੱਖਿਆ ਮਹਾਰਾਜ ਨੇ। ਹਾਂਜੀ। ਪ੍ਰਥਮ ਜਨਮ ਮੈਂ ਕਾਲ ਵਿਸਾਲ। ਅਸਲ ਵਿੱਚ ਬਾਬਾ ਸੰਸਰਾਮ ਜੀ ਦੀ ਪਹਿਲੇ ਜਨਮਾਂ ਦੀ ਬੜੀ ਕਮਾਈ ਸੀਗੀ ਜੀ। ਹਾਂਜੀ। ਤਪ ਆਦਿਕ ਕੀਨੇ ਜਿਨ ਜਾਲ। ਬਾਬਾ ਸੰਸਰਾਮ ਜੀ ਨੇ ਪਹਿਲੇ ਜਨਮਾਂ ਦੇ ਵਿੱਚ ਤਪ ਕੀਤੇ ਸੀਗੇ ਬੜੇ ਜੀ। ਹਾਂਜੀ। ਬਾਲਕ ਕਿਤਕ ਦਿਨਨ ਜਬ ਭਇਓ। ਜਦੋਂ ਸਾਧ ਸੰਗਤ ਜੀ ਬਾਲਕ ਕੁਝ ਦਿਨਾਂ ਦਾ ਹੋਇਆ, ਬਾਬਾ ਸੰਸਰਾਮ ਜੀ ਦਾ ਕੁਝ ਦਿਨ ਦੇ ਬਾਬਾ ਸੰਸਰਾਮ ਜੀ ਹੋਏ, ਜਨਨੀ ਕੋ ਸਰੀਰ ਛੁੱਟ ਗਇਓ। ਪਰ ਬਾਬਾ ਸੰਸਰਾਮ ਜੀ ਦੇ ਮਾਤਾ ਜੀ ਦਾ ਸਰੀਰ ਛੁੱਟ ਗਿਆ ਜੀ। ਉਹ ਸਰੀਰ ਤਿਆਗ ਗਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਤਿਸ ਪਰ ਕੀਨਸ ਕਿਰਪਾ ਕਿਰਪਾਲ। ਫਿਰ ਇਹੋ ਜਿਹੇ ਬਾਲਕ ਤੇ ਸਾਰਿਆਂ ਦੀ ਮਿਹਰ ਹੋ ਜਾਂਦੀ ਜੀ। ਮਹਾਰਾਜ ਗੁਰੂ ਅਮਰਦਾਸ ਜੀ ਨੇ ਫਿਰ ਬਾਬੇ ਸੰਸਰਾਮ ਤੇ ਬੜੀ ਮਿਹਰ ਕੀਤੀ, ਬੜੀ ਕਿਰਪਾ ਕੀਤੀ ਜੀ। ਕਰਮਾਂ ਦੀ ਖੇਡ ਹੈ। ਹਾਂਜੀ। ਪ੍ਰਿਤ ਪਾਰਿਓ ਕਰ ਜਤਨ ਸੋਬਾਲ। ਮਹਾਰਾਜ ਨੇ ਆਪ ਨਾ ਜੀ ਆਪਣੀ ਹਾਜ਼ਰੀ ਵਿੱਚ ਬਾਬੇ ਸੰਸਰਾਮ ਜੀ ਦੀ ਪਾਲਣ ਪੋਸ਼ਣਾ ਕਰਵਾਉਣੀ ਜੀ। ਹਾਂਜੀ। ਭੋਜਨ ਗੁਰ ਕੋ ਸੀਤ ਪ੍ਰਸਾਦ। ਤੇ ਬਾਬਾ ਸੰਸਰਾਮ ਜੀ ਤੇ ਵੱਖਰੀ ਕਿਰਪਾ ਹੋਣੀ। ਕਿਉਂ? ਬਾਬਾ ਮੋਹਨ ਜੀ ਤੇ ਆਨੰਦ 'ਚ ਹੀ ਰਹਿੰਦੇ ਸੀਗੇ। ਉਹਨਾਂ ਨੂੰ ਤੇ ਪੁੱਤਰ ਨਾਲ ਕੋਈ ਲਗਾਓ ਨਹੀਂ ਸੀ। ਤੇ ਜਦੋਂ ਮਹਾਰਾਜ ਨੇ ਉਹ ਪ੍ਰਸ਼ਾਦਾ ਛਕਣਾ ਨਾ ਜੀ, ਓਗਰਾ ਛਕਣਾ, ਤੇ ਆਪਣੇ ਥਾਲ ਵਿੱਚੋਂ ਥੋੜਾ ਜਿਹਾ ਓਗਰਾ ਬਚਾ ਕੇ ਤੇ ਸੰਸਰਾਮ ਦੇ ਮੁਖ 'ਚ ਪਾ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਖਾਵਤ ਲਹਿਓ ਲਹੇ ਅਹਲਾਦ। ਖਾਵਤ ਰਹਿਓ ਲਹੇ ਅਹਲਾਦ। ਉਹ ਸੰਸਰਾਮ ਜੀ ਮਹਾਰਾਜ ਜੀ ਦਾ ਸ਼ੀਤ ਪ੍ਰਸ਼ਾਦ ਛਕ ਕੇ ਬੜੀ ਉੱਚੀ ਅਵਸਥਾ ਦੇ ਹੋ ਗਏ ਜੀ। ਕਹਿੰਦੇ ਜਿਹਦਾ ਜੂਠਾ ਖਾਓ ਉਹਦੀ ਮੱਤ ਆਉਣ ਲੱਗ ਪੈਂਦੀ ਹੈ। ਇਸੇ ਕਰਕੇ ਬਾਹਰੀ ਤੌਰ ਤੇ ਆਖਿਆ ਜਾਂਦਾ ਜੂਠ ਨਹੀਂ ਛਕਣੀ, ਪਰ ਗੁਰੂ ਸਾਹਿਬ ਦੇ ਇਸ ਪ੍ਰਸ਼ਾਦ ਨੂੰ ਜੂਠਾ ਨਹੀਂ ਕਿਹਾ ਜਾਂਦਾ। ਇਹਨੂੰ ਗੁਰੂ ਸਾਹਿਬ ਜੀ ਦਾ ਸ਼ੀਤ ਪ੍ਰਸ਼ਾਦ ਕਿਹਾ ਜਾਂਦਾ ਹੈ। ਕੜਾਹ ਪ੍ਰਸ਼ਾਦ ਵੀ ਸ਼ੀਤ ਪ੍ਰਸ਼ਾਦ ਹੈ। ਸੋ ਬਾਬਾ ਸੰਸਰਾਮ ਜੀ ਦੇ ਅੰਦਰ ਗਿਆਨ ਪੈਦਾ ਹੋ ਗਿਆ ਜੀ। ਮਹਾਰਾਜ ਦਾ ਰੋਜ਼ ਬਚਿਆ ਹੋਇਆ ਓਗਰਾ ਬਾਬਾ ਸੰਸਰਾਮ ਜੀ ਛਕਦੇ ਜੀ। ਜਬ ਹੀ ਬਾਏ ਕਰ ਭਇਓ ਵਡੇਰਾ। ਜਦੋਂ ਬਾਬਾ ਸੰਸਰਾਮ ਜੀ ਉਮਰ ਦੇ ਵਿੱਚ ਥੋੜੇ ਵੱਡੇ ਹੋਏ ਨਾ ਜੀ, ਸਤਿਗੁਰ ਬਾਣੀ ਲਿਖੈ ਕਨੇਰਾ। ਤੇ ਫਿਰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਹੱਥਾਂ ਨਾਲ ਲਿਖਣ ਲੱਗ ਪਏ ਜੀ। ਗੱਜ ਕੇ ਆਖੋ ਵਾਹ। ਬਾਬਾ ਸੰਸਰਾਮ ਜੀ। ਹਾਂਜੀ। ਪ੍ਰਥਮ ਗੁਰੂ ਕੀ ਜੇਤਿਕ ਅਹੈ। ਉਹ ਪਹਿਲੇ ਗੁਰੂ ਸਾਹਿਬ ਦੀ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬਾਣੀ ਸੀਗੀ। ਹਾਂਜੀ। ਸ਼੍ਰੀ ਅੰਗਦ ਗੁਰ ਅਮਰ ਜੋ ਕਹੈ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਇਹਨਾਂ ਸਤਿਗੁਰਾਂ ਦੀ ਜਿਹੜੀ ਬਾਣੀ ਸੀ, ਸਭ ਬਾਣੀ ਕੋ ਲਿਖੈ ਬਨਾਏ। ਉਹ ਸਾਰੀਆਂ ਬਾਣੀਆਂ ਦੀਆਂ ਪੋਥੀਆਂ ਬਾਬਾ ਸੰਸਰਾਮ ਜੀ ਨੇ ਆਪਣੇ ਹੱਥਾਂ ਨਾਲ ਲਿਖੀਆਂ ਜੀ। ਫਿਰ ਜੀ ਬਾਬਾ ਸੰਸਰਾਮ ਜੀ ਨੇ ਜੀ। ਹਾਂਜੀ। ਸਮਝਹਿ ਅਰਥ ਮਹਾ ਸੁਖ ਪਾਏ। ਉਹ ਬਾਣੀ ਲਿਖਣੀ ਵੀ ਤੇ ਬਾਣੀ ਦੇ ਅਰਥ ਵੀ ਸਮਝਣੇ। ਤੇ ਬਾਬਾ ਸੰਸਰਾਮ ਜੀ ਆਨੰਦ ਵਿੱਚ ਰਹਿੰਦੇ। ਵੇਖੋ ਗੁਰੂ ਸਾਹਿਬ ਦੇ ਪੋਤਰੇ ਹੈ।
ਸੰਸ ਰਾਮ ਜੀ ਦੇ ਪਿਤਾ ਜੀ ਬਾਬਾ ਮੋਹਨ ਜੀ ਵੀ ਮਹਾਨ, ਤੇ ਦਾਦਾ ਗੁਰੂ ਅਮਰਦਾਸ ਸਾਹਿਬ ਉਹਨਾਂ ਤੋਂ ਵੀ ਮਹਾਨ ਜੀ। ਹਾਂਜੀ, ਤੇ ਗੁਰੂ ਰਾਮਦਾਸ ਸਾਹਿਬ ਕੀ ਲੱਗਦੇ ਭਲਾ ਸੰਸ ਰਾਮ ਜੀ ਦੇ? ਦੱਸੋ ਕੀ ਰਿਸ਼ਤਾ ਹੋ ਗਿਆ? ਗੱਜ ਕੇ ਆਖੋ ਵਾਹਿਗੁਰੂ। ਕੀ ਰਿਸ਼ਤਾ ਬਣਿਆ ਭਲਾ ਜੀ? ਫੁੱਫੜ ਦਾ। ਗੱਜ ਕੇ ਆਖੋ। ਤੇ ਗੁਰੂ ਰਾਮਦਾਸ ਜੀ ਨੂੰ ਫੁੱਫੜ ਕਹਿਣਾ ਜੀ ਕੋਈ ਛੋਟੀ ਗੱਲ ਹੈ ਜੀ? ਸਾਡੇ ਮਾਲਕ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ, ਤੇ ਕਿੱਡਾ ਵੱਡਾ ਰਿਸ਼ਤਾ ਜੀ ਇਹਨਾਂ ਦਾ ਗੁਰੂ ਰਾਮਦਾਸ ਜੀ ਦੇ ਨਾਲ। ਤੇ ਗੁਰੂ ਅਰਜਨ ਸਾਹਿਬ ਜੀ ਦੇ ਤੇ ਭਰਾ ਹੀ ਨੇ ਜੀ, ਇਹ ਭਰਾ ਹੀ ਨੇ ਜੀ ਬਾਬਾ ਸੰਸ ਰਾਮ ਜੀ। ਸੋ ਬਾਬਾ ਸੰਸ ਰਾਮ ਜੀ ਪ੍ਰੇਮ ਨਾਲ ਬਾਣੀ ਲਿਖਦੇ ਰਹੇ। ਹੋ ਸਕਦਾ ਬੜਿਆਂ ਤੁਹਾਂ ਪਹਿਲੀ ਵਾਰੀ ਬਾਬਾ ਜੀ ਦਾ ਨਾਮ ਸੁਣਿਆ ਹੋਵੇ ਜੀ। ਪ੍ਰੇਮ ਨਾਲ ਕਹੋ ਧੰਨ ਧੰਨ ਬਾਬਾ ਸੰਸ ਰਾਮ ਜੀ। ਧੰਨ ਧੰਨ ਬਾਬਾ ਸੰਸ ਰਾਮ ਜੀ। ਹਾਂਜੀ। ਸੀਤ ਪ੍ਰਸਾਦ ਪਿਤਾਮੇ ਕੇਰਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੀਤ ਪ੍ਰਸਾਦ ਛਕ ਛਕ ਕੇ ਅਚਿਤ ਰਹਿਓ ਸਿੱਧ ਭਇਓ ਬਡੇਰਾ। ਤੇ ਫਿਰ ਇਹ ਵੀ ਬੜੇ ਵੱਡੇ ਸਿੱਧ ਪੁਰਸ਼ ਬਣੇ ਜੀ। ਬੜੀ ਵੱਡੀ ਬਖਸ਼ਿਸ਼ ਹੋਈ ਇਹਨਾਂ ਉੱਤੇ, ਬੜੀਆਂ ਰਹਿਮਤਾਂ, ਬੜੀ ਕਿਰਪਾ ਗੁਰੂ ਅਮਰਦਾਸ ਜੀ ਦੀ ਬਣੀ। ਅਸਲ ਵਿੱਚ ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਰਗੇ ਹੀ ਬਣ ਗਏ ਸਨ ਜੀ। ਬਾਬਾ ਸੰਸ ਰਾਮ ਜੀ ਦਾ ਜਿਹੜਾ ਸੁਭਾਅ ਸੀ ਨਾ, ਦੂਜਿਆਂ ਤੇ ਦਇਆ ਕਰਨੀ, ਮਿਹਰਾਂ ਕਰਨੀਆਂ, ਕਿਰਪਾ ਕਰਨੀ, ਨਾਮ ਜਪਣਾ, ਸੇਵਾ 'ਚ ਤਤਪਰ ਰਹਿਣਾ, ਆਪਣੇ ਦਾਦੇ ਵਰਗਾ ਸੁਭਾਅ ਹੋ ਗਿਆ ਜੀ ਸਾਰਾ। ਹਾਂਜੀ। ਇਮ ਸ਼੍ਰੀ ਅਮਰਦਾਸ ਕੇ ਪੋਤੇ। ਇਸ ਤਰੀਕੇ ਨਾਲ 4 ਪੋਤਰੇ ਨੇ ਗੁਰੂ ਅਮਰਦਾਸ ਜੀ ਦੇ, ਤੇ ਨਾਮ ਦੱਸ ਸਕਦੇ ਜੀ ਚਾਰਾਂ ਦਾ? ਗੱਜ ਕੇ ਆਖੋ ਵਾਹਿਗੁਰੂ। ਪਹਿਲੇ ਦਾ ਕੀ ਨਾਮ ਹੈ ਜੀ ਭਲਾ? ਬਾਬਾ ਅਰਥਮਲ ਜੀ। ਆਉਂਦਾ ਹੀ ਹੈ ਪਿੱਛੋਂ ਆਵਾਜ਼, ਇਹਦਾ ਮਤਲਬ ਧਿਆਨ ਨਾਲ ਸੁਣਦੇ ਆ। ਦੂਜਿਆਂ ਦਾ ਨਾਮ ਬਾਬਾ ਆਨੰਦ ਜੀ, ਤੀਜਿਆਂ ਦਾ ਨਾਮ ਬਾਬਾ ਅਰਜਾਨੀ ਜੀ, ਤੇ ਚੌਥੇ ਬਾਬਾ ਸੰਸ ਰਾਮ ਜੀ। ਇਸ ਤਰੀਕੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ 4 ਪੋਤਰੇ ਹੋਏ ਆ ਜੀ। ਹਾਂਜੀ। ਜਨਮ ਲੀਨ ਗੁਣ ਗਨ ਕੇ ਪੋਤੇ। ਕਹਿੰਦੇ ਅਸਲ ਵਿੱਚ ਜਨਮ ਤੋਂ ਹੀ ਗੁਣਾਂ ਨਾਲ ਭਰਪੂਰ ਸਨ ਜੀ, ਜਨਮ ਤੋਂ ਹੀ ਜੀ। ਹਾਂਜੀ। ਸੁਨ ਹੈ ਪਠ ਹੈ ਚਿਤ ਦੇ ਨਿਤ ਇਹ। ਤੇ ਹਰ ਰੋਜ਼ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸੁਣਦੇ, ਪੜ੍ਹਦੇ। ਹਾਂਜੀ। ਬਿਨ ਸੰਤਤ ਕੇ ਸੰਤਤ ਦੇਹ। ਹੁਣ ਨਾ ਬਿਲਕੁਲ ਐ ਗੱਜ ਕੇ ਇੱਕ ਵਾਰੀ ਕਹੋ ਵਾਹਿਗੁਰੂ। ਕਹਿੰਦੇ ਜਿਹੜਾ ਮਹਾਰਾਜ ਦੇ ਪਰਿਵਾਰ ਦੀ ਇਹ ਕਥਾ ਸੁਣੇਗਾ ਤੇ ਧੀ ਪੁੱਤ ਨਹੀਂ ਹੋਏਗਾ। ਜਿਹਦੇ ਘਰ ਵਿੱਚ ਧੀ ਪੁੱਤ ਨਹੀਂ ਹੁੰਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪੋਤਰਿਆਂ ਦੇ ਜਨਮ ਦੀ ਜਿਹੜੀ ਕਥਾ ਤੁਸੀਂ ਸੁਣੀ ਹੈ, ਇਹ ਸਾਰੀ ਕਥਾ ਸੁਣੇ, ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਕਰੇ ਅਰਦਾਸ, ਉਹਦੇ ਘਰ ਵਿੱਚ ਧੀ ਪੁੱਤ ਹੋ ਜਾਏਗਾ ਜੀ। ਮਹਾਰਾਜ ਮਿਹਰ ਕਰ ਦੇਣਗੇ ਉਹਨਾਂ ਦੇ ਘਰ 'ਚ। ਹਾਂਜੀ। ਅਪਰ ਕਾਮਨਾ ਪੂਰੀ ਕਰੇ। ਹੋਰ ਵੀ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਉਹਨਾਂ ਦੀਆਂ। ਸ਼੍ਰੀ ਗੁਰ ਅਮਰ ਕਥਾ ਜੋ ਰੇ। ਜਿਹੜਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਕਰੇਗਾ ਤੇ ਕਥਾ ਸੁਣੇਗਾ, ਉਹਦੀਆਂ ਹੋਰ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ। ਕਹੋ ਸਾਰੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਇੰਨੇ ਵੱਡੇ ਗੁਰੂ ਸਾਹਿਬ ਤਾਂ ਇੰਨਾ ਹੌਲੀ ਹੌਲੀ ਨਾਮ ਜੀ। ਗੱਜ ਕੇ ਕਹੋ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਕੋਈ ਰਸਨਾ ਵਾਂਝੀ ਨਾ ਰਹੇ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ।
सतगुरु हमारा। अपर कामना पूरी करे, श्री गुरु अमर कथा जो ररै। ਜਿਹੜਾ ਕਥਾ ਕਰੇਗਾ ਸੁਣੇਗਾ ਉਹਦੀਆਂ ਹੋਰ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ ਜੀ। ਤੇ ਇੰਨੇ ਪਿਆਰ ਨਾਲ ਮਹਾਰਾਜ ਨੂੰ ਧੰਨ ਧੰਨ ਆਖੋ। ਵੇਖੋ ਸੰਗਤਾਂ ਵਿਦੇਸ਼ 'ਚ ਸੁਣਨਾ, ਸਾਡੀ ਆਵਾਜ਼ ਤੇ ਟੀਵੀ ਰਾਹੀਂ ਪਹੁੰਚ ਜਾਣੀ ਹੈ ਜੀ। ਤੇ ਤੁਸੀਂ ਵੀ ਇੰਨੀ ਉੱਚੀ ਬੋਲੋ, ਤੁਹਾਡੀ ਆਵਾਜ਼ ਵੀ ਪਹੁੰਚੇ ਤੇ ਜਿਹੜਾ ਸੁਣੇ ਉਹਦਾ ਜੀ ਵੀ ਕਰੇ ਮਹਾਰਾਜ ਨੂੰ ਧੰਨ ਧੰਨ ਕਹਿਣ ਦਾ ਜੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਹਮਾਰਾ। ਹਾਂਜੀ, ਮੁਕਤ ਭੁਗਤ ਕੀ ਇਹ ਵੱਡ ਦਾਤਾ। ਗੁਰੂ ਸਾਹਿਬ ਜੀ ਦੀ ਜਿਹੜੀ ਇਹ ਕਥਾ ਹੈ ਉਹ ਮੁਕਤੀ ਵੀ ਦੇ ਦਿੰਦੀ ਹੈ ਜੀ, ਭੁਗਤੀ ਵੀ ਦੇ ਦਿੰਦੀ। ਗਰੀਬ ਬੰਦਾ ਸੁਣੇ ਉਹਦੇ ਘਰ 'ਚ ਸਮਾਨ ਆਉਣਾ ਸ਼ੁਰੂ ਹੋ ਜਾਏਗਾ ਜੀ, ਸੰਸਾਰੀ ਚੀਜ਼ਾਂ ਵੀ ਦਿੰਦੀ 'ਚ। ਹਾਂਜੀ, ਫਲ ਲਹਿ ਜਿਨੋ ਮਹਾਤਮ ਜਾਤਾ। ਜਿਨ੍ਹਾਂ ਨੇ ਇਹ ਕਥਾ ਸੁਣੀ ਹੈ ਉਹਨਾਂ ਨੂੰ ਪਤਾ ਹੈ ਇਹ ਕਥਾ ਸੁਣਨ ਦਾ ਬੜਾ ਫਲ ਹੈ, ਬੜਾ ਮਹਾਤਮ। ਪਹਿਲਾ ਫਲ ਤੇ ਵੀ 1 ਘੰਟਾ ਤੇ ਬੰਨੇ ਜੀ, ਸਫਲਾ ਜੀ। ਹਾਂਜੀ, ਦੂਜਾ ਫਿਰ ਰੰਗ 'ਚ ਮਨ ਰੰਗਿਆ ਜਾਂਦਾ ਜਦੋਂ ਜੋ ਕੋਈ ਪ੍ਰੇਮ ਨਾਲ ਮੰਗਦਾ ਉਹਨੂੰ ਮਿਲ ਜਾਂਦਾ ਜੀ। ਇੱਕ ਇਹ ਆਮ ਪੁਰਸ਼ ਦੀ ਕਥਾ ਸੁਣ ਰਹੇ ਹੋ, ਇਹ ਸਤਿਗੁਰੂ ਦੀ ਕਥਾ ਸੁਣ ਰਹੇ ਹੋ। ਇਹ ਗੁਰੂ ਸਾਹਿਬ ਜੀ ਦੀ ਕਥਾ ਹੈ, ਬੜੀ ਫਲ ਦਿੰਦੀ ਹੈ। ਮੁਕਤ ਭੁਗਤ ਕੀਏ ਵੱਡ ਦਾਤਾ, ਫਲ ਲਹਿ ਜਿਨਹੁ ਮਹਾਤਮ ਜਾਤਾ। ਜਿਹਨੇ ਮਹਾਤਮ ਜਾਣ ਲਿਆ ਉਹਨੂੰ ਫਿਰ ਮਹਾਨ ਫਲ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਜੀ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ। ਸੱਚੇ ਪਾਤਸ਼ਾਹ ਮਿਹਰ ਕਰਨ, ਕਹੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਲਓ, ਜਿਹੜਾ ਹੁਣ ਤੱਕ ਨਹੀਂ ਨਾ ਬੋਲਿਆ ਇੱਕ ਵਾਰ ਜ਼ੋਰ ਲਾ ਕੇ ਪੰਕਤੀ ਬੋਲੋ, ਕਹੋ ਮਹਾਰਾਜ ਨੂੰ ਧੰਨ। ਗੁਰ ਕੀਰਤ ਕੋ ਅਪਰੋਖ ਕਰੇ, ਸਤਿਗੁਰਾਂ ਦੀ ਕੀਰਤੀ ਸਤਿਗੁਰਾਂ ਦੇ ਸਾਹਮਣੇ ਕਰੋ। ਕਹਿੰਦੇ ਰੱਜ ਰੱਜ ਕੇ ਕਰੋ, ਬਾਰ ਬਾਰ ਕਰੋ। ਜਿੰਨੀ ਗੁਰੂ ਦੀ ਸਿਫਤ ਕਰੋਗੇ ਓਨਾ ਭਲਾ ਹੋਵੇਗਾ ਜੀ। ਪ੍ਰੇਮ ਨਾਲ ਪੰਕਤੀ ਪੜ੍ਹ ਦਿਓ, ਫਿਰ ਖਿਮਾ ਮੰਗੀਏ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।